वाहिगुरु जी की फतेह। बिघन विनाशन सोए। सतनाम श्री वाहिगुरु साहिब जी। दोहरा वहर आनंद बिलंद कर श्री हरगोबिंद चंद। सुंदर मंदर को गए मुख मनिंद अरबिंद। वहर आनंद बिलंद कर वाहिगुरु जी का खालसा वाहिगुरु जी की फतेह। गरीब नवाज अंतरजामी दसां पातशाहियां दी पवित्र जोत गुरगद्दी ते सुभाएमान दीना बंधु भगत वत्सल अंतरजामी करना निधान धन 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 श्री गुरु ग्रंथ साहिब जी दी पवित्र पावन हजूरी अंदर सोढ़ी सुल्तान धन 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 श्री गुरु रामदास साहिब जी सचखंड श्री हरमंदिर साहिब श्री दरबार साहिब जी दे दर्शन इशनान करन वास्ते पहुंचियां संगतां गुरुद्वारा श्री मंजी साहिब दीवान अस्थान जो पंचम पिता बाणी के बोहित शहीदां दे सरताज सतगुरु धन 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 श्री गुरु अर्जुन देव साहिब जी दे एक कर कमला नाल वरसाया होया पवित्र अस्थान गुरुद्वारा श्री मंजी साहिब जी दे पवित्र अस्थान ते दिन दे पिछले पैर दे दीवान सजे सजे हुए दीवाना अंदर गुरबाणी कीर्तन दी शैबर गुरु घर दे महान कीर्तनीय सिंघां ने हजूरी रागी जथे ने गुरबाणी कीर्तन करके संगत नूं निहाल कीता है। हुण वक्त गुर इतिहास दा है जो महाकवि चूड़ामन कवि भाई साहब भाई संतोख सिंह जी तिन्हां दे द्वारा रचित श्री गुरप्रताप सूरज ग्रंथ अंदर ते इस तो पहला श्री नानक प्रकाश अंदर जगत गुरु गुरु नानक साहब दी उस्तत इस वेले जो लड़ीवार प्रसंग चल रहे ने वो छेवें पातशाह धन धन श्री गुरु हरगोबिंद साहिब गुरु अर्जुन देव की शहादत तो बाद जिमें उन्होंने मुखी गुरमुख गुरसिखां नाल सलाह करके ते श्री हरमंदिर साहिब विखे नतमस्तक हो के परम पिता परमात्मा वाहिगुरु जी के चरनां तो आसरा लैके भरोसा प्रगट करदियां गरीब नवाज जी ने बाबा बुढ़ा साहब जी नूं कहा, बाबा जी जो दर्शनी ड्योढ़ी दे ऐन सामने जिथे अज श्री अकाल तख्त साहब सुशोभित है वो जगह अकाल बुंगा रचन की साडी विचार है। इसकी आपां सफाई करवाइए। बाबा बुढ़ा जी ते होर मुखी सिख कहन लगे जी 7 बचन। फिर उस जगह की सफाई करवाई गई जिथे अज श्री अकाल तख्त साहब जी का पवित्र अस्थान है। ते सतगुरां ने जिमें अकाल तख्त साहब की नींह अरदास करके प्रारंभ की है, अज का पवित्र इतिहास का जो अध्याय है वो अकाल बुंगा रचन का श्री अकाल तख्त साहब की सिरजना का है। प्यार सत्कार नाल आपां सारे सरवण करिए। इस विच गुरु महिमा का पता लगेगा कि जिन्हां गुरसिखां दे मन विच
ਗੁਰੂ ਘਰ ਪ੍ਰਤੀ ਸ਼ਰਧਾ ਸਤਕਾਰ ਹੈ, ਉਹ ਕਿਵੇਂ ਇੱਕ ਇੱਕ ਬਚਨ ਨੂੰ ਸੁਣ ਕੇ ਕਮਾਉਂਦੇ ਨੇ, ਤੇ ਜਿਹੜੇ ਡਰਾਕਲ ਬਿਰਤੀ ਵਾਲੇ ਨੇ ਉਹ ਕਿੰਨਾ ਕਿੰਨਾ ਸਮਾਂ ਸੋਚਣ ਤੇ ਹੀ ਲਾ ਦਿੰਦੇ ਨੇ, ਆਹ ਕਿਵੇਂ ਹੋਵੇਗਾ, ਉਹ ਕਿਵੇਂ ਹੋਵੇਗਾ। ਇਹ ਆਪਾਂ ਗੁਰੂ ਭਾਵਨਾ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਬਣਾਈ ਰੱਖੀ ਹੈ, ਕਿਵੇਂ ਉਹਨਾਂ ਦੀਆਂ ਸਤਿਗੁਰੂ ਕਿਰਪਾ ਵਰਤਾ ਕੇ ਅੰਦਰ ਚਾਨਣ ਕਰਦੇ ਨੇ ਬਾਣੀ ਦੀ ਕਿਰਪਾ ਰਾਹੀਂ। ਉਹ ਆਪਾਂ ਪਵਿੱਤਰ ਇਤਿਹਾਸ ਦੇ ਸਾਧ ਸੰਗਤ ਅੰਗ ਸਰਵਣ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਦੇ ਗੁਰ ਇਤਿਹਾਸ ਵਿੱਚ ਕੀ ਕਿਰਪਾ ਵਰਤਾ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਰਚਨਾ ਰਚੀ ਹੈ। ਇੱਕ ਵਾਰ ਰਸਨਾ ਪਵਿੱਤਰ ਕਰੀਏ ਤੇ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਹਿਰ ਆਨੰਦ ਬਿਲੰਦ ਕਰ ਸ਼੍ਰੀ ਹਰਗੋਬਿੰਦ ਚੰਦ। ਤੋ ਕਵੀ ਜੀ ਆਪਣੀ ਰਚਨਾ ਵਿੱਚ ਸਾਧ ਸੰਗਤ ਸ਼ੁਰੂਆਤ ਅਧਿਆਇ ਦੀ ਕਰਦਿਆਂ ਕਹਿੰਦੇ ਨੇ, ਚੰਦਰਮਾ ਸਮਾਨ, ਭਾਵ ਸਾਡੇ ਤਪਦੇ ਮਨਾਂ ਨੂੰ ਠੰਡਕ ਦੇਣ ਵਾਲੇ। ਆਪਾਂ ਪਵਿੱਤਰ ਬਾਣੀ ਵਿੱਚੋਂ ਵੀ ਪੜਾਂਗੇ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਐਸੇ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨੇ ਤੇ ਬਹੁਤ ਵੱਡੇ ਆਨੰਦ ਦੇ ਸਹਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੁੰਦਰ ਮੰਦਰ ਕੋ ਗਏ, ਮੁਖ ਮਨਿੰਦ ਅਰਬਿੰਦ। ਉਹ ਆਪਣੇ ਘਰ ਵਿੱਚ ਗਏ ਨੇ ਜਦੋਂ ਗੁਰਸਿੱਖਾਂ ਦੇ ਨਾਲ ਕੋਈ ਕੌਤਕੀ ਕਾਰਜ ਕੀਤੇ ਨੇ। ਇਸੇ ਪਵਿੱਤਰ ਧਰਤੀ ਤੇ ਬੜੇ ਵੱਡੇ ਆਨੰਦ ਦੇ ਸਹਿਤ ਜਦੋਂ ਆਪਣੇ ਸੁੰਦਰ ਘਰ ਵਿੱਚ ਗਏ, ਵਿਸ਼ੇਸ਼ ਘਰ ਵਿੱਚ ਗਏ, ਤੇ ਜਿਨ੍ਹਾਂ ਸਤਿਗੁਰਾਂ ਦਾ ਮੁਖ ਕਮਲ ਫੁੱਲ ਵਰਗਾ ਖਿੜਿਆ ਹੋਇਆ ਹੈ, ਜਿਨ੍ਹਾਂ ਨੂੰ ਵੇਖ ਵੇਖ ਕੇ ਸੰਗਤਾਂ ਅੰਦਰ ਖੁਸ਼ੀ ਤੇ ਸ਼ਰਧਾ ਪ੍ਰਾਪਤ ਹੁੰਦੀ ਹੈ, ਐਸੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਚਾਉ ਪਈ ਜਨਨੀ ਕੋ ਪਿਖ ਮਸਤਕ ਟੇਕਾ। ਜਦੋਂ ਛੇਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਆਪਣੇ ਘਰ ਵਿੱਚ ਗਏ ਤੇ ਅੱਗੇ ਸਨਮਾਨਯੋਗ ਮਾਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਮਾਤਾ ਗੰਗਾ ਜੀ ਨੂੰ ਗੁਰੂ ਜੀ ਨੇ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਘਰ ਵਿੱਚ ਜਾਂਦੇ ਸਾਰ ਨਿਕਟ ਬੈਠ ਕੇ ਜਲਦ ਬਬੇਕਾ। ਭਾਵ ਸਤਿਗੁਰੂ ਗਿਆਨ ਦੇ ਸਮੁੰਦਰ, ਐਸੇ ਖਜ਼ਾਨੇ ਦੇ ਮਾਲਕ ਸਤਿਗੁਰੂ ਆਪਣੀ ਮਾਤਾ ਜੀ ਦੇ ਪਾਸ ਬੈਠ ਗਏ। ਕਰ ਦੁਲਾਰ ਗੰਗਾ ਕਰ ਫੇਰਾ। ਤੇ ਮਾਤਾ ਗੰਗਾ ਜੀ ਨੇ ਪਿਆਰ ਕਰਦਿਆਂ ਸਤਿਗੁਰੂ ਸਾਹਿਬ ਜੀ ਦੇ ਸੀਸ ਉੱਪਰ ਆਪਣਾ ਹੱਥ ਫੇਰਿਆ, ਪੁੱਤਰ ਜਾਣਦਿਆਂ ਹੋਇਆਂ। ਹਿਰਦੇ ਸਨੇ ਅਛੇਹ ਵਡੇਰਾ। ਤੇ ਮਾਤਾ ਗੰਗਾ ਜੀ ਦੇ ਦਿਲ ਅੰਦਰ ਬਹੁਤ ਵੱਡਾ ਪੁੱਤਰ ਪ੍ਰਤੀ ਸਨੇਹ ਪਿਆਰ ਹੈ। ਹੇ ਸੁਤ ਅਬ ਅਲੰਬ ਸਭ ਕੇਰੇ। ਇਹ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਦੇ ਬਚਨ ਨੇ। ਮਾਤਾ ਜੀ ਕਹਿਣ ਲੱਗੇ, ਹੇ ਪੁੱਤਰ, ਸਾਰੀ ਸੰਗਤ ਨੂੰ ਤੁਹਾਡਾ ਹੀ ਹੁਣ ਆਸਰਾ ਹੈ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਬਿਰਾਜਮਾਨ ਜੇ। ਅਬ ਦਾ ਅਰਥ ਹੁੰਦਾ ਹੁਣ, ਅਲੰਬ ਦਾ ਅਰਥ ਹੁੰਦਾ ਆਸਰਾ। ਸਭ ਕੇਰੋ, ਸਭ ਨੂੰ ਹੁਣ ਤੁਹਾਡਾ ਹੀ ਆਸਰਾ ਹੈ। ਸਿੱਖ ਸੰਗਤ ਹਮ ਤੁਮ ਦਿਸ਼ ਹੇਰੇ। ਤੇ ਜਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਗਤ ਹੈ, ਇਹ ਸਾਡੀ ਦਸ਼ਾ ਤੇ ਤੁਹਾਡੀ ਦਿਸ਼ਾ ਵੱਲ ਵੇਖਦੀ ਹੈ, ਭਾਵ ਤੁਹਾਡੇ ਵੱਲ ਹੀ ਸਾਰੀ ਸੰਗਤ ਵੇਖ ਰਹੀ ਹੈ। ਨਹੀਂ ਆਪ ਕਰ ਸੇਲੀ ਮੇਲੀ। ਆਪ ਜੀ ਨੇ, ਮਾਤਾ ਜੀ ਕਹਿਣ ਲੱਗੇ ਜੀ, ਆਪ ਨੇ ਗਲ ਵਿੱਚ ਸੇਲੀ ਨਹੀਂ ਪਾਈ, ਭਾਵ ਇਹ ਜੋ ਵੱਡਿਆਂ ਦੀ ਮਰਿਆਦਾ ਹੈ ਆਪ ਨੇ ਧਾਰਨ ਨਹੀਂ ਕੀਤੀ। ਰੀਤ ਵੱਡਨ ਕੀ ਕਿਉਂ ਕਰ ਪੇਲੀ। ਇਹ ਜਿਹੜੀ ਵੱਡਿਆਂ ਦੀ ਰੀਤ ਹੈ ਤੁਸੀਂ ਕਿਉਂ ਛੱਡ ਦਿੱਤੀ ਹੈ?
ਕਿਉਂਕਿ ਸਾਰੀ ਸੰਗਤ ਤੁਹਾਡੇ ਵਾਲੀ ਵੇਖਦੀ ਹੈ। ਚੰਦੂ ਪਾਤ ਕੀ ਅਦਕ ਵਿਰੋਧੀ, ਜਿਹੜਾ ਚੰਦੂ ਪਾਪੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਬਹੁਤ ਵੱਡਾ ਵਿਰੋਧੀ ਹੈ। ਉਹਨੇ ਸਾਡੇ ਨਾਲ ਵੀ ਬੜਾ ਵਿਰੋਧ ਕਮਾਇਆ ਹੈ ਤੇ ਚੰਦੂ ਪਾਪੀ ਬਹੁਤ ਵੱਡਾ ਗੁਰੂ ਘਰ ਦਾ ਵਿਰੋਧੀ ਹੈ। ਕੁਟਲ ਕੁਚਾਲੀ ਕਲਹੀ ਕ੍ਰੋਧੀ, ਉਹ ਕੁਟਲ ਕਪਟੀ ਤੇ ਖੋਟੀ ਚਾਲ ਵਾਲਾ ਤੇ ਕ੍ਰੋਧੀ ਤੇ ਝਗੜਾਲੂ ਸੁਭਾਅ ਵਾਲਾ ਹੈ। ਤਿਸ ਹੱਥ ਬੇਪ੍ਰਣ ਕੀਨ ਸੁਨਾਵਨ, ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤਰ ਤੁਸੀਂ ਉਹਨਾਂ ਨੂੰ ਮਾਰਨ ਦਾ ਪ੍ਰਣ ਕੀਤਾ। ਮੈਂ ਸੁਣਿਆ ਵੀ ਤੁਸੀਂ ਇਹ ਪ੍ਰਣ ਕੀਤਾ ਵੀ ਉਹਦੇ ਪ੍ਰਾਣ ਖਤਮ ਕਰ ਦੇਣੇ ਨੇ। ਸਗਲ ਜਗਤ ਕੀਨਸ ਬਿਦਤਾਵਨ, ਪੁੱਤਰ ਇਹ ਗੱਲ ਮਾਤਾ ਜੀ ਕਹਿ ਰਹੇ ਨੇ ਛੇਵੇਂ ਪਾਤਸ਼ਾਹ ਜੀ ਨੂੰ, ਕਿਉਂਕਿ ਮਾਤਾ ਜੀ ਦੇ ਸਪੁੱਤਰ ਨੇ। ਤੇ ਕਹਿਣ ਲੱਗੇ, ਪੁੱਤਰ ਇਹ ਗੱਲ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਹੈ ਕਿ ਤੁਸੀਂ ਆਪ ਪ੍ਰਣ ਕੀਤਾ ਹੈ। ਤੁਰਕ ਤੇਜ ਅਬ ਤਪੇ ਮਹਾਨ, ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਹੈ ਉਹ ਵੀ ਪੁੱਤਰ ਜੀ ਬਹੁਤ ਵੱਡਾ ਹੈ। ਮਹਾਬਲੀ ਲਖ ਬਨਿਓ ਦੀਵਾਨ, ਆਪਣੇ ਆਪ ਨੂੰ ਤਾਕਤਵਰ ਜਾਣਦਿਆਂ ਹੋਇਆਂ ਇਹ ਚੰਦੂ ਵੀ ਬਾਦਸ਼ਾਹ ਦਾ ਦੀਵਾਨ ਬਣਿਆ ਹੈ। ਮੁਸ਼ਕਲ ਮਹਾ ਹਤਨ ਸੋ ਪਾਪੀ, ਇਸ ਪਾਪੀ ਦੀ ਹੱਤਿਆ ਇਸ ਵਕਤ ਮਾਤਾ ਜੀ ਕਹਿਣ ਲੱਗੇ ਸਾਨੂੰ ਲੱਗਦੀ ਹੈ ਕਿ ਅਜੇ ਮੁਸ਼ਕਲ ਦਾ ਸਮਾਂ ਹੈ। ਕਰੀ ਸ਼ੀਗਰਤਾ ਪ੍ਰਣ ਮਹਿ ਆਪੀ, ਤੇ ਤੁਸੀਂ ਜਿਹੜਾ ਆਪ ਪ੍ਰਣ ਕੀਤਾ ਹੈ ਇਹ ਜਲਦੀ ਤੋਂ ਕੰਮ ਲਿਆ ਲੱਗਦਾ ਹੈ ਵੀ ਤੁਸੀਂ ਇਹ ਪ੍ਰਣ ਕੀਤਾ ਹੈ, ਇਹਨੂੰ ਖਤਮ ਕਰਨ ਦਾ ਅਜੇ ਮੁਗਲਾਂ ਦਾ ਤੇਜ ਪ੍ਰਤਾਪ ਵੱਡਾ ਹੈ। ਮੁਕਤੇ ਕਹੋ ਸ਼ਸਤਰ ਹਮ ਧਾਰੈ, ਤੇ ਦੂਸਰਾ ਬਚਨ ਮਾਤਾ ਜੀ ਕਹਿਣ ਲੱਗੇ, ਤੁਸੀਂ ਆਪਣੇ ਮੁਖ ਤੋਂ ਹੀ ਬਚਨ ਕਿਹਾ ਹੈ ਵੀ ਅਸੀਂ ਹੁਣ ਤਨ ਤੇ ਸ਼ਸਤਰ ਧਾਰਨ ਕਰਾਂਗੇ। ਗੁਰੂ ਪਿਤਾ ਕੋ ਬੈਰ ਸੰਭਾਰੈ, ਤੇ ਅਸੀਂ ਗੁਰੂ ਪਿਤਾ ਦਾ ਜੋ ਵੈਰ ਹੈ ਉਹਨੂੰ ਚੇਤੇ ਵਿੱਚ ਰੱਖਣਾ ਹੈ, ਉਹਨੂੰ ਧਿਆਨ ਵਿੱਚ ਰੱਖਣਾ ਹੈ। ਆਪਣੇ ਘਰ ਮੈਂ ਸੁਭਟ ਨਾ ਏਕ, ਮਾਤਾ ਜੀ ਕਹਿਣ ਲੱਗੇ ਆਪਣੇ ਘਰ ਵਿੱਚ ਤਾਂ ਹੁਣ ਇੱਕ ਵੀ ਅਜੇ ਸਿਪਾਹੀ ਨਹੀਂ ਹੈ। ਕਿਮਰਨ ਕਰਬੇ ਧਰੋ ਵਿਵੇਕ, ਇਹ ਤੁਸੀਂ ਵਿਚਾਰ ਕਰੋ, ਵਿਵੇਕ ਨਾਲ ਗਿਆਨ ਨਾਲ ਵਿਚਾਰ ਕਰੋ ਕਿ ਆਪਾਂ ਰਣ ਵਿੱਚ ਇਹ ਕਾਰਜ ਕਿਵੇਂ ਕਰ ਸਕਾਂਗੇ। ਸੁਨ ਗੰਗਾ ਤੇ ਸਤਿਗੁਰ ਬੋਲੇ, ਆਪਣੇ ਸਨਮਾਨਯੋਗ ਮਾਤਾ ਜੀ ਦੇ ਬੋਲਣ ਤੋਂ ਬਾਅਦ, ਉਹਨਾਂ ਦੇ ਬੋਲਾਂ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਨੂੰ ਪਿਆਰ ਭਰੇ ਬਚਨਾਂ ਵਿੱਚ ਉੱਤਰ ਦਿੰਦੇ ਹਨ। ਹਤੋਂ ਪਾਤ ਕੀ ਪ੍ਰਣ ਨਹਿ ਡੋਲੇ, ਮਾਤਾ ਜੀ ਜਿਹੜਾ ਪਾਪੀ ਦਾ ਅਸੀਂ ਪ੍ਰਾਣ ਹੱਤਣ ਦਾ ਪ੍ਰਣ ਕੀਤਾ ਹੈ ਇਸ ਪ੍ਰਣ ਤੋਂ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ। ਇਹ ਅਸੀਂ ਆਪਣੀ ਰਸਨਾ ਤੋਂ ਕਹੇ ਹੋਏ ਬਚਨ ਇਹ ਪੂਰੇ ਕਰਾਂਗੇ। ਜਿਸ ਨਰ ਪਿਤ ਕੋ ਬੈਰ ਨਾ ਲਿਓ, ਮਾਤਾ ਜੀ ਇਹ ਸਮਾਜ ਦੀ ਵੀ ਰੀਤੀ ਹੈ, ਜਿਹੜਾ ਬੰਦਾ ਜਾਂ ਬੱਚਾ ਆਪਣੇ ਪਿਤਾ ਦਾ ਵੈਰ ਨਾ ਲਵੇ। ਕਿਉ ਜਨਮਿਓ ਜਗ ਕਾਇ ਰਹੀਓ, ਉਹਦੇ ਜਨਮ ਦਾ ਫਾਇਦਾ ਕੀ ਹੈ? ਉਹ ਤਾਂ ਜਗਤ ਵਿੱਚ ਡਰਪੋਕ ਗਿਣਿਆ ਜਾਂਦਾ ਹੈ ਜਿਹੜਾ ਪਿਤਾ ਉੱਤੇ ਕੀਤੇ ਹੋਏ ਜ਼ੁਲਮ ਦਾ ਬਦਲਾ ਨਾ ਲਵੇ। ਆਯੁਧ ਧਰੋ ਚੰਮੂ ਵੱਡ ਕਰੋ, ਮਾਤਾ ਜੀ ਹੁਣ ਅਸੀਂ ਤਨ ਉੱਪਰ ਸ਼ਸਤਰ ਧਾਰਨ ਕਰਾਂਗੇ ਤੇ ਬਹੁਤ ਵੱਡੀ ਸੈਨਾ ਤਿਆਰ ਕਰਾਂਗੇ। ਰਿਪ ਸਨ ਲਰੋ ਪ੍ਰਾਨ ਤਿਨ ਹਰੋ, ਤੇ ਰਿਪ ਕਈਏ ਦੁਸ਼ਮਣ ਦੇ ਨਾਲ ਲੜਾਂਗੇ ਤੇ ਉਹਦੇ ਪ੍ਰਾਣ ਵੀ ਹੱਤਾਂਗੇ, ਭਾਵ ਖਤਮ ਕਰਾਂਗੇ। ਜਿਸ ਆਯੁਧ ਧਰੋਂ ਸ਼ਸਤਰ ਧਾਰਨ ਕਰਕੇ ਵੱਡੀ ਸੈਨਾ ਭਰਤੀ ਕਰਾਂਗੇ। ਸ਼੍ਰੀ ਨਾਨਕ ਨਿਤ ਬਨਹਿ ਸਹਾਈ, ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਕਹਿਣ ਲੱਗੇ, ਮਾਤਾ ਜੀ ਸਾਡੇ ਕਾਰਜ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਸਹਾਇਕ ਹੋ ਕੇ ਸਾਡੀ ਸਹਾਇਤਾ ਕਰਨੀ ਹੈ। ਜਿਸ ਕਾਰਜ ਵਿੱਚ ਗੁਰੂ ਸਹਾਇਤਾ ਕਰਨ ਉਹ ਤੇ ਕਾਰਜ ਸਿਰੇ ਚੜ ਜਾਂਦੇ ਨੇ। ਹਤੋਂ ਤੁਰਕ ਰਣ ਮੈਂ ਸਮੁਦਾਈ, ਤੇ ਅਸੀਂ ਰਣ ਵਿੱਚ ਜਿੰਨੇ ਵੀ ਸਮੂਹ ਤੁਰਕ ਆਉਣਗੇ ਤੁਰਕਾਂ ਨਾਲ ਵੀ ਅਸੀਂ
ਲੋਹਾ ਲਵਾਂਗੇ। ਮਾਤਾ ਜੀ ਕਿਸੇ ਪ੍ਰਕਾਰ ਦੀ ਕੋਈ ਚਿੱਤ ਵਿੱਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਪੁਨ ਪਿਤਾ ਸਤਿਗੁਰ ਆਇਸ ਕਹੀ, ਮਾਤਾ ਜੀ ਪਿਤਾ ਸਤਿਗੁਰੂ ਸਾਹਿਬ ਜੀ ਨੇ ਵੀ ਇਹ ਆਗਿਆ ਦਿੱਤੀ ਸੀ, ਪਲਟਾ ਲਿਓ ਤਜੋ ਰਿਪ ਨਹੀਂ। ਤੁਸੀਂ ਪਲਟਾ ਭਾਵ ਬਦਲਾ ਲਓ ਤੇ ਤਜੋ ਰਿਪ ਨਹੀਂ। ਰਿਪ ਕਹੀਏ ਦੁਸ਼ਮਣ ਨੂੰ ਕਦੀ ਵੀ ਤਿਆਗਣਾ ਨਹੀਂ, ਛੱਡਣਾ ਨਹੀਂ। ਇਹ ਤੇ ਪਿਤਾ ਸਤਿਗੁਰੂ ਜੀ ਦਾ ਹੁਕਮ ਹੈ। ਸੇਲੀ ਮੇਲਨ ਕੋ ਨਹਿ ਕਾਲਾ, ਮਾਤਾ ਜੀ ਜਿਹੜਾ ਤੁਸਾਂ ਬਚਨ ਕਿਹਾ ਵੀ ਵੱਡਿਆਂ ਦੀ ਰੀਤ ਭੁਲਾ ਦਿੱਤੀ ਹੈ, ਹੁਣ ਜਿਹੜਾ ਸਮਾਂ ਹੈ ਇਹ ਆਪਣੀ ਸੇਲੀ ਪਾਉਣ ਦਾ ਨਹੀਂ, ਭਾਵ ਉਹ ਸਮਾਂ ਹੁਣ ਨਹੀਂ ਹੈ। ਮੈਂ ਕਰਹੁ ਸੰਗਰਾਮ ਵਿਸਾਲਾ, ਮੈਂ ਹੁਣ ਮਾਤਾ ਜੀ ਸੰਗਰਾਮ ਯੁੱਧ, ਬਹੁਤ ਵੱਡੇ ਯੁੱਧ ਧਰਮ ਦੋਖੀਆਂ ਨਾਲ ਅਸੀਂ ਲੜਾਂਗੇ। ਹੁਣ ਸੇਲੀ ਪਾਉਣ ਦਾ ਟਾਈਮ ਨਹੀਂ ਹੈ। ਨਹਿ ਚਿੰਤਾ ਚਿਤ ਕੀਜਹਿ ਮਾਈ, ਐ ਸਨਮਾਨਯੋਗ ਮਾਤਾ ਜੀ ਕਿਸੇ ਪ੍ਰਕਾਰ ਦੀ ਚਿੱਤ ਵਿੱਚ ਚਿੰਤਾ ਨਾ ਕਰਨੀ। ਹਮਰੇ ਪੁਰਖ ਅਕਾਲ ਸਹਾਈ, ਸਾਡੇ ਵਿਆਪਕ ਅਕਾਲ ਪੁਰਖ ਸਾਡੀ ਸਹਾਇਤਾ ਕਰਨਗੇ। ਅਸੀਂ ਜਿਹੜਾ ਵੀ ਕੰਮ ਕਰਾਂਗੇ ਉਹ ਅਕਾਲ ਪੁਰਖ ਦੀ ਰਜ਼ਾ ਮੁਤਾਬਕ ਕਰਾਂਗੇ। ਹਿਰਦੇ ਅਲਪ ਜੇ ਅਹੈ ਮਸੰਦ, ਜਿਹੜੇ ਛੋਟੇ ਹਿਰਦੇ ਵਾਲੇ ਮਸੰਦ ਨੇ, ਭਾਵ ਜੋ ਗੱਦੀਦਾਰ ਸਨ ਛੋਟੇ ਹਿਰਦੇ ਵਾਲੇ, ਸੁਣ ਰਣ ਕੋ ਡਰ ਧਰਹਿ ਬਿਲੰਦ। ਇਹ ਮਾਤਾ ਜੀ ਜਦੋਂ ਰਣ ਮੈਦਾਨ ਦੀ ਗੱਲ ਆਉਂਦੀ ਹੈ, ਇਹ ਜਿਹੜੇ ਛੋਟੇ ਜਿਗਰੇ ਵਾਲੇ ਆ, ਇਹ ਸੁਣ ਕਰਕੇ ਤੇ ਬਹੁਤ ਵੱਡਾ ਡਰ ਧਾਰਨ ਕਰ ਲੈਂਦੇ ਨੇ। ਮੈਂ ਪਰਬਤ ਕੋ ਗਰਦ ਮਿਲਾਵੋ, ਮੈਂ ਮਾਤਾ ਜੀ ਹੁਣ ਗੁਰੂ ਕਿਰਪਾ ਸਦਕਾ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਸਾਡੀ ਸਹਾਇਤਾ ਕਰਨਗੇ। ਉਹਨਾਂ ਦੀ ਕਿਰਪਾ ਨਾਲ ਹੁਣ ਜਿਹੜੇ ਪਰਬਤ ਵਰਗੇ ਵੱਡੇ ਵੱਡੇ ਆ ਨਾ, ਆਪਣੇ ਆਪ ਨੂੰ ਖੱਬੀ ਖਾਂ ਕਹਾਉਂਦੇ ਨੇ, ਉਹਨਾਂ ਨੂੰ ਹੁਣ ਧੂੜ ਵਿੱਚ ਮਿਲਾ ਦੇਵਾਂਗੇ। ਰਜ ਕੰਨ ਕੋ ਸਮਮੇਰ ਬਣਾਵੋ, ਰੱਜ ਕਹੀਏ ਧੂੜ ਤੇ ਕੰਨ ਹੁੰਦੇ ਕਿਣਕੇ, ਜਿਹੜੇ ਧੂੜ ਦੇ ਕਿਣਕੇ ਆ ਨਾ ਬਹੁਤ ਛੋਟੇ, ਉਹਨਾਂ ਨੂੰ ਵੀ ਮੇਰੂ ਪਰਬਤ ਦੇ ਸਮਾਨ ਵੱਡੇ ਬਣਾ ਦੇਣਾ। ਜਿਨ੍ਹਾਂ ਦੀ ਹਸਤੀ ਲੋਕ ਕਹਿੰਦੇ ਤੁੱਛ ਹੈ, ਉਹਨਾਂ ਨੂੰ ਮੈਂ ਵੱਡਿਆਂ ਕਰ ਦੇਣਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਸੰਤ ਬਨੇ ਪ੍ਰਤਾਪ ਨਾ ਜਾਣੈ, ਜਿਹੜੇ ਦੁਸ਼ਟ ਲੋਕ ਹੁੰਦੇ ਨੇ ਮਾਤਾ ਜੀ, ਉਹ ਸੰਤ ਬਣਿਆਂ ਨੂੰ ਰੱਬ ਦੇ ਰਾਹ ਤੇ ਚੱਲਣ ਵਾਲਿਆਂ ਦਾ ਉਹ ਪ੍ਰਤਾਪ ਬਰਦਾਸ਼ਤ ਨਹੀਂ ਕਰਦੇ। ਹਤੋਂ ਸ਼ਤਰੂ ਮੈਂ ਬਨ ਸਾਵਧਾਨ, ਮੈਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਹੁਣ ਜਿਹੜੇ ਧਰਮ ਦੋਖੀ ਨੇ ਉਹਨਾਂ ਦਾ ਸੰਘਾਰ ਕਰਾਂਗਾ। ਜਬ ਲਗ ਚੰਦੂ ਦੁਸ਼ਟ ਨ ਮਾਰੋ, ਮੈਂ ਜਿੰਨਾ ਚਿਰ ਚੰਦੂ ਦੁਸ਼ਟ ਜੋ ਪਾਪੀ ਹੈ ਇਸ ਦੀ ਹੱਤਿਆ ਨਾ ਕਰ ਲਵਾਂ, ਤਬ ਲਗ ਹਿਰਦੇ ਨ ਸ਼ਾਂਤੀ ਧਾਰੋ। ਉਹਨਾਂ ਚਿਰ ਮਾਤਾ ਜੀ ਹਿਰਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ, ਜਿੰਨਾ ਚਿਰ ਧਰਮ ਦੀ ਮੂਰਤ ਜਾਂ ਅੰਮ੍ਰਿਤ ਬਾਣੀ ਦੇ ਬੋਹਿਤ ਸਤਿਗੁਰੂ ਜਿਨ੍ਹਾਂ ਨੂੰ ਚੰਦੂ ਨੇ ਲਾਹੌਰ ਵਿੱਚ ਸ਼ਹੀਦ ਕਰਵਾਇਆ ਹੈ, ਕਈ ਪ੍ਰਕਾਰ ਦੇ ਤਸੀਹੇ ਦਿੱਤੇ ਨੇ ਬਾਦਸ਼ਾਹ ਦੇ ਕਹਿਣ ਤੇ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਮਿਲਦੀ ਜਿੰਨਾ ਚਿਰ ਚੰਦੂ ਦੁਸ਼ਟ ਦਾ ਖਾਤਮਾ ਨਹੀਂ ਹੋ ਜਾਂਦਾ। ਸੁਨ ਬਲ ਜੁਗਤ ਪੁੱਤਰ ਕੀ ਬੈਨ, ਜਦੋਂ ਮਾਤਾ ਜੀ ਨੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ ਆਪਣੇ ਪੁੱਤਰ ਦੀ ਰਸਨਾ ਤੋਂ, ਬੜੀ ਸ਼ਕਤੀ ਵਾਲੇ ਤੇ ਬੜੀ ਤਾਕਤ ਵਾਲੇ ਪੁੱਤਰ ਦੇ ਬਚਨ ਜਦੋਂ ਮਾਤ ਗੰਗਾ ਜੀ ਨੇ ਸੁਣੇ, ਗੰਗਾ ਧਰੀ ਹਿਰਦੇ ਤਬ ਚੈਨ। ਤੋ ਮਾਤਾ ਗੰਗਾ ਜੀ ਨੇ ਫਿਰ ਆਪਣੇ ਹਿਰਦੇ ਵਿੱਚ ਸੁਖ ਧਾਰਨ ਕੀਤਾ ਵੀ ਪੁੱਤਰ ਦੇ ਬਚਨਾਂ ਵਿੱਚ ਬੜੀ ਵੱਡੀ ਸੱਤਿਆ ਹੈ। ਇਨ ਕੋ ਕਿਆ ਸਮਝਾਵਨ ਬਨੈ, ਮਾਤਾ ਜੀ ਨੇ ਫਿਰ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਮਨਾ ਇਹਨਾਂ ਨੂੰ ਸਮਝਾਉਣਾ ਬਣਦਾ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਜੋਤ ਨੇ, ਮੈਂ ਤਾਂ ਕੇਵਲ ਪੁੱਤਰ ਦਾ ਸਨੇਹ ਪਾਲਦਿਆਂ ਬਚਨ ਕਹੇ ਨੇ, ਪਰ ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਅਕਾਲ ਪੁਰਖ ਵੱਲੋਂ ਡਿਊਟੀ ਲੱਗੀ ਹੈ
ਉਸ ਡਿਊਟੀ ਨੂੰ ਨਿਭਾਉਣਾ ਹੈ। ਇਹਨਾਂ ਦੇ ਬਚਨ ਸੁਣ ਕੇ ਮੇਰੇ ਮਨ ਨੂੰ ਬਹੁਤ ਵੱਡਾ ਸੁੱਖ ਪ੍ਰਾਪਤ ਹੋਇਆ ਹੈ। ਭੂਤ ਭਵਿਖਿਅਤ ਜੇ ਨਾ ਲਖ ਮਨ, ਜਿਹੜੇ ਉੱਤੇ ਭੂਤ ਭਵਿੱਖਤ ਦੇ ਬਚਨ ਹੈ, ਇਹ ਮਨ ਕਰਕੇ ਸਭ ਕੁਝ ਜਾਣਦੇ ਆ ਕਿ ਪਿੱਛੇ ਕੀ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਕੀ ਵਰਤਣਾ ਹੈ। ਇਹਨਾਂ ਨੂੰ ਮਨ ਕਰਕੇ ਸਭ ਕੁਝ ਜਾਣਦੇ ਨੇ। ਖਾਨ ਪਾਨ ਕਰ ਪੁਨ ਸੁਪਤਾਏ, ਤੇ ਜਦੋਂ ਘਰ ਵਿੱਚ ਸਾਧ ਸੰਗਤ ਮਾਤਾ ਜੀ ਨੇ ਫਿਰ ਲੰਗਰ ਤਿਆਰ ਕੀਤਾ ਤੇ ਸਤਿਗੁਰਾਂ ਨੇ ਆਪਣੇ ਸਨਮਾਨਯੋਗ ਮਾਤਾ ਜੀ ਦੇ ਹੱਥੋਂ ਲੰਗਰ ਛਕਿਆ ਤੇ ਲੰਗਰ ਛਕ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੀਂਦ ਲੈਣ ਵਾਸਤੇ ਟਿਕ ਗਏ ਨੇ। ਉਠ ਪ੍ਰਾਤੀ ਜਲ ਬਿਮਲ ਨਹਾਏ, ਤੇ ਪ੍ਰਾਤੀ ਦਾ ਮਤਲਬ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਉੱਠੇ ਨੇ ਤੇ ਜਲ ਬਿਮਲ ਨਹਾਏ। ਪਵਿੱਤਰ ਜਲ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ। ਬ੍ਰਿਧ ਕੇ ਸੰਮਤ ਸਤਿਗੁਰ ਹੋਏ, ਬਾਬਾ ਬੁੱਢਾ ਜੀ ਦੇ ਨਾਲ ਕੋਈ ਸਲਾਹ ਮਸ਼ਵਰਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੁਦਾਸਰ ਦੇਸ਼ ਸਭ ਕੋਏ, ਤੇ ਸੁਦਾਸਰ ਅੰਮ੍ਰਿਤ ਸਰੋਵਰ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਤੇ ਸਭ ਦਿਸ਼ਾ ਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤੱਕਿਆ ਜੀ। ਸ੍ਰੀ ਹਰਮੰਦਰ ਬੰਦਨ ਕਰੇ, ਤੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਲ ਬਾਬਾ ਬੁੱਢਾ ਸਾਹਿਬ ਜੀ ਚਤੁਰ ਪ੍ਰਦਰਸ਼ਨ ਕੇ ਹਿਤ ਫਿਰੇ, ਤੇ 4 ਪ੍ਰਕਰਮਾ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਦੀਆਂ 4 ਵਾਰ ਬਾਬਾ ਜੀ ਨੇ ਜਾਨੀ ਫੇਰਾ ਲਿਆ। ਭਾਵ ਹਰਮੰਦਰ ਸਾਹਿਬ ਦੀਆਂ 4 ਪ੍ਰਕਰਮਾ ਕੀਤੀਆਂ। ਬਹੁਰੂ ਆਏ ਦਰਸ਼ਨੀ ਪੌਰ, ਫਿਰ ਸਾਧ ਸੰਗਤ ਦਰਸ਼ਨੀ ਡਿਓੜੀ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਨੇ। ਪੇਖ ਅਕਾਲ ਬੁੰਗੇ ਕੀ ਠੌਰ, ਤੇ ਜਗ੍ਹਾ ਵੇਖੀ ਅਕਾਲ ਬੁੰਗੇ ਦੀ ਜਗ੍ਹਾ ਵੇਖੀ। ਜਦੋਂ ਇਹ ਜਗ੍ਹਾ ਨੂੰ ਨਿਰੀਖਣ ਕੀਤਾ ਸਤਿਗੁਰਾਂ ਨੇ ਦੇਖਿਆ। ਆਏ ਸਦਈ ਸਥਲ ਸੁਧਰਾਵੋ, ਆਗਿਆ ਕੀਤੀ, ਕਹਿਣ ਲੱਗੇ ਬਾਬਾ ਜੀ ਕੁਝ ਸਿੱਖਾਂ ਨੂੰ ਕਹੋ ਤੋ ਉਹ ਇਸ ਜਗ੍ਹਾ ਦੀ ਸਫਾਈ ਕਰਵਾ ਦੇਣ, ਜਗ੍ਹਾ ਨੂੰ ਸੁਧਾਰ ਦੇਣ। ਹਿਤ ਬੈਠਨ ਕੇ 4 ਬਣਾਵੋ, ਤੇ ਬੈਠਣ ਵਾਸਤੇ ਬਹੁਤ ਸੁੰਦਰ ਜਗ੍ਹਾ ਤਿਆਰ ਕਰਨ। ਪ੍ਰਥਮ ਆਪਨੇ ਲੈ ਕਰ ਹਾਥ, ਤੇ ਸਾਧ ਸੰਗਤ ਫਿਰ ਆਪਣੇ ਹੱਥ ਵਿੱਚ ਜਦੋਂ ਸਫਾਈ ਹੋ ਗਈ ਜਗ੍ਹਾ ਦੀ, ਜਿੱਥੇ ਅੱਜ ਅਕਾਲ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਹੈ, ਤੇ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਲੈ ਕੇ ਧਰੀ ਈਟ ਬਲ ਤੇਜ ਕੇ ਸਾਥ, ਬੜੀ ਸ਼ਕਤੀ ਦੇ ਸਹਿਤ ਗੁਰੂ ਗੁਰੂ ਜਪਦਿਆਂ ਅਰਦਾਸ ਕਰਕੇ ਤੇ ਬੜੀ ਤਾਕਤ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗੇ ਦੀ ਨੀਂਹ ਰੱਖੀ ਜੀ। ਕਹਿਓ ਕੁਛਕ ਉੱਚਾ ਥਲ ਕਰੋ, ਤੇ ਕਹਿਣ ਲੱਗੇ ਵੀ ਇਸ ਜਗ੍ਹਾ ਨੂੰ ਬਾਕੀ ਜਗ੍ਹਾ ਨਾਲੋਂ ਕੁਝ ਉੱਚਾ ਕਰੋ। ਜੈ ਲਗ ਪੌਰ ਏਕ ਸਮ ਧਰੋ, ਇਹ ਦਰਸ਼ਨੀ ਡਿਓੜੀ ਦੇ ਤਾਕਰ ਇੱਟਾਂ ਲਾ ਕੇ ਤੇ ਧਰਤੀ ਨੂੰ ਬਰਾਬਰ ਕਰ ਦੇਵੋ। ਬਹੁਰ ਹੁਕਮ ਕੀਨਸ ਫਰਮਾਵਨ, ਤੇ ਫਿਰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕਰਕੇ ਤੇ ਸੰਗਤਾਂ ਨੂੰ ਕੁਝ ਬਚਨ ਕਿਹਾ ਜੀ। ਕਰੋ ਹੁਕਮ ਨਾਮੇ ਲਿਖਵਾਵਨ, ਜਿਹੜਾ ਗੁਰੂ ਸਾਹਿਬ ਦਾ ਲਖਾਰੀ ਹੈ, ਜਿਸ ਨੇ ਹੁਕਮਨਾਮੇ ਅੱਗੇ ਲਿਖ ਕੇ ਗੁਰੂ ਪਾਤਸ਼ਾਹ ਵੱਲੋਂ ਗੁਰਸਿੱਖਾਂ ਵਿੱਚ ਭੇਜਣੇ ਆ, ਉਹਨਾਂ ਨੂੰ ਹੁਕਮ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਹੁਕਮਨਾਮੇ ਸਾਡੇ ਵੱਲੋਂ ਜੋ ਸੰਗਤਾਂ ਤਾਈਂ ਕੋਈ ਸੰਦੇਸ਼ ਹੈ ਉਹਨੂੰ ਭਾਈ ਲਿਖਣਾ ਕਰੋ। ਚੌਂ ਦਿਸ਼ ਮੈਂ ਮਸੰਦ ਜਹ ਭਾਰੀ, 4 ਪਾਸਿਆਂ ਵਿੱਚ ਜਿੱਥੇ ਜਿੱਥੇ ਵੀ ਮਸੰਦ ਵੱਡੀ ਗਿਣਤੀ ਵਿੱਚ ਵਸਦੇ ਨੇ, ਤਿਨ ਪਰ ਆਇਸ ਲਿਖੋ ਹਮਾਰੀ, ਉਹਨਾਂ ਦੇ ਪਰ ਸਾਡੀ ਆਗਿਆ ਲਿਖੋ, ਹੁਕਮਨਾਮੇ ਲਿਖੋ,
ਉਹਨਾਂ ਮਸੰਦਾਂ ਤੱਕ ਹੁਕਮਨਾਮੇ ਭੇਜੇ ਜਾਣ। ਜੋ ਸਿੱਖ ਆਨੇ ਸ਼ਸਤਰ ਤੁਰੰਗਾ। ਤੇ ਉਹਨਾਂ ਆਗਿਆ ਵਿੱਚ ਹੁਕਮਨਾਮਿਆਂ ਵਿੱਚ ਲਿਖਣਾ ਕੀ ਹੈ ਵੀ ਜਿਹੜਾ ਵੀ ਸਿੱਖ ਆਵੇ ਸਾਡੇ ਦਰਸ਼ਨ ਕਰਨ, ਉਹ ਸੋਹਣੇ ਸ਼ਸਤਰ ਤੇ ਚੰਚਲ ਘੋੜੇ, ਬੜੀ ਸੁੰਦਰ ਚਾਲ ਵਾਲੇ ਘੋੜੇ ਤੇ ਫੁਰਤੀਲੇ ਘੋੜੇ ਜਿਹੜੇ ਨੇ, ਉਹ ਭਾਈ ਇਹ ਦੋ ਜਿਹੜੀਆਂ ਭੇਟਾਵਾਂ ਨੇ, ਚੰਗੇ ਸ਼ਸਤਰ ਤੇ ਸੋਹਣੇ ਸੁੰਦਰ ਘੋੜੇ, ਜਿਹੜਾ ਸਿੱਖ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਜੀ, ਹੋਏ ਖੁਸ਼ੀ ਗੁਰ ਕੀ ਸੁਖ ਸੰਗਾ। ਉਹਨਾਂ ਨੂੰ ਭਾਈ ਗੁਰੂ ਘਰ ਦੀ ਬਹੁਤ ਵੱਡੀ ਖੁਸ਼ੀ ਮਿਲੇਗੀ, ਜਿਹੜੇ ਗੁਰੂ ਘਰ ਵਿੱਚ ਇਹ ਦੋ ਭੇਟਾਵਾਂ ਲੈ ਕੇ ਆਉਣਗੇ। ਸਭ ਆਵੈ ਦਰਸ਼ਨ ਹਿਤ ਕਰਬੇ। ਤੇ ਸਾਰੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਦੇ ਪਾਸ ਸ੍ਰੀ ਅੰਮ੍ਰਿਤਸਰ ਪਹੁੰਚੋ। ਇਹ ਹੁਕਮਨਾਮੇ ਵਿੱਚ ਬਚਨ ਲਿਖੋ ਜੀ। ਲਿਆਏ ਅਕੋਰ ਬਿਲਮ ਨਹਿ ਧਰਬੇ। ਤੇ ਜਿਹੜੀ ਜਿਹੜੀ ਭੇਟਾ ਲੈ ਕੇ ਆਉਣੀ ਹੈ, ਉਹ ਲਿਆਉਣ ਲੱਗਿਆਂ ਦੇਰ ਨਾ ਕਰੋ, ਬਹੁਤ ਜਲਦੀ ਪਹੁੰਚ ਜਾਓ, ਕਿਉਂਕਿ ਕਾਰਜ ਬੜੇ ਵੱਡੇ ਕਰਨ ਵਾਲੇ ਆ। ਤੇ ਜਲਦੀ ਜਲਦੀ ਜੋ ਭੇਟਾ ਗੁਰੂ ਦਰਬਾਰ ਵਿੱਚ ਪੁੱਜਦੀ ਕਰਨੀ ਹੈ, ਉਹ ਭੇਟਾ ਲੈ ਕੇ ਪਹੁੰਚ ਜਾਓ। ਸੁਨਤ ਲਿਖਾਰੀ ਕਾਗਦ ਲਿਖੇ। ਤੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਰਵਣ ਕਰਕੇ, ਤੇ ਜਿਹੜਾ ਲਿਖਾਰੀ ਹੈ ਗੁਰੂ ਮਹਾਰਾਜ ਦਾ, ਉਹਨਾਂ ਨੇ ਫਿਰ ਇਹ ਬਚਨ ਕਾਗਜ਼ ਉੱਪਰ ਲਿਖੇ ਨੇ। ਇਸ ਬਿਦ ਹੁਕਮ ਭਇਓ ਤਿਸ ਵਿਖੇ। ਤੇ ਇਸ ਪ੍ਰਕਾਰ ਦਾ ਜੋ ਗੁਰੂ ਸਾਹਿਬ ਦਾ ਹੁਕਮ ਹੈ, ਹੁਕਮਾਂ ਵਾਲੀ ਜੋ ਲਿਖਤ ਹੈ, ਉਹ ਲਿਖ ਕੇ ਦਿੱਤੀ ਹੈ ਜੀ। ਸ਼੍ਰੀ ਅਰਜਨ ਬੈਕੁੰਠ ਸਿਧਾਰੇ। ਤੇ ਮਾਲਕ ਕਹਿਣ ਲੱਗੇ ਭਾਈ ਇਹ ਵੀ ਵਿੱਚ ਲਿਖਣਾ ਹੈ ਕਿ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਸ਼ਹਾਦਤ ਦਾ ਜਾਮ ਪੀ ਕੇ ਬੈਕੁੰਠ ਚਲੇ ਗਏ। ਖਸ਼ਟਮ ਗੁਰੂ ਮਹਾਬਲ ਧਾਰੇ। ਤੇ ਹੁਣ ਛੇਵੇਂ ਗੁਰੂ ਬੜੀ ਵੱਡੀ ਸ਼ਕਤੀ ਧਾਰਨ ਕਰਕੇ ਤੇ ਗੁਰੂ ਕੇ ਤਖਤ ਉੱਤੇ, ਗੁਰੂ ਕੀ ਗੁਰਗੱਦੀ ਉੱਤੇ ਬਿਰਾਜੇ ਨੇ। ਤੇਰੇ ਤਖਤ ਪਰ ਦਰਸ ਹੋਆਏ। ਤੇ ਗੁਰੂ ਜੀ ਤਖਤ ਉੱਪਰ ਸ਼ਸ਼ੋਭਤ ਨੇ, ਤੇ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣ ਜੀ। ਨੀਕੇ ਸ਼ਸਤਰ ਤੁਰੰਗ ਮੰਗਾਏ। ਤੇ ਗੁਰੂ ਸਾਹਿਬ ਨੇ ਇਹ ਬਚਨ ਭਾਈ ਲਿਖੋ ਵਿੱਚ, ਨੀਕੇ ਕਹੀਏ ਸੁੰਦਰ, ਸੁੰਦਰ ਸ਼ਸਤਰ ਤੇ ਤੁਰੰਗ ਕਹੀਏ ਘੋੜੇ। ਸ਼ਸਤਰ ਤੇ ਘੋੜੇ ਦੀ ਮੰਗ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ। ਜੋ ਆਨੇ ਲੈ ਖੁਸ਼ੀ ਵਿਸਾਲਾ। ਜੋ ਇਹ ਭੇਟਾਵਾਂ ਲੈ ਕੇ ਆਏਗਾ, ਉਹਨੂੰ ਗੁਰੂ ਜੀ ਦੀ ਬਹੁਤ ਵੱਡੀ ਪ੍ਰਸੰਨਤਾ ਪ੍ਰਾਪਤ ਹੋਵੇਗੀ। ਨੈ ਬਿਲਮੋ ਆਵੋ ਤਤਕਾਲਾ। ਤੇ ਭਾਈ ਦੇਰੀ ਨਾ ਕਰੋ, ਤਤਕਾਲ ਜਲਦੀ ਜਲਦੀ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਜਾਓ। ਇਹ ਗੁਰਸਿੱਖੋ ਹੁਕਮਨਾਮਿਆਂ ਵਿੱਚ ਬਚਨ ਲਿਖੋ ਜੀ। ਪੂਰਬ ਦਿਸ਼ ਕੇ ਨਗਰ ਵਿਸਾਲੇ। ਹੁਣ ਜਦੋਂ ਲਿਖਤ ਲਿਖੀ ਗਈ, ਇਹਨਾਂ ਲਿਖਤਾਂ ਨੂੰ ਕਿਹੜੇ ਕਿਹੜੇ ਪਾਸੇ ਭੇਜਣਾ ਹੈ, ਉਹ ਕਵੀ ਜੀ ਦੱਸਦੇ। ਪੂਰਬ ਦਿਸ਼ ਕੋ, ਜੋ ਪੂਰਬ ਦਿਸ਼ਾ ਦੇ ਵੱਡੇ ਨਗਰ ਨੇ। ਦਿੱਲੀ ਬਹੁਰ ਆਗਰੇ ਚਾਲੇ। ਇਹ ਦਿੱਲੀ ਤੇ ਆਗਰੇ ਵਾਲੇ ਪਾਸੇ ਗੁਰੂ ਸਾਹਿਬ ਨੇ ਹੁਕਮਨਾਮੇ ਭੇਜ ਦਿੱਤੇ। ਪਟਣੇਪੁਰ ਮਕਸੂਦਾਬਾਦ। ਇਹ ਪਟਨਾ ਸ਼ਹਿਰ ਤੇ ਮਕਸੂਦਾਬਾਦ ਆਦ ਜੋ ਨਗਰ ਨੇ। ਕਾਂਸ਼ੀ ਯਾਦਕ ਫਰੁਖਾਬਾਦ। ਤੇ ਕਾਂਚੀ ਤੇ ਫਰੂਕਾਬਾਦ ਆਦ, ਇੱਥੇ ਵੀ ਹੁਕਮਨਾਮੇ ਭੇਜੇ ਪੂਰਬ ਦੀ ਸੰਗਤ ਨੂੰ। ਤਿਮ ਦੱਖਣ ਸਿੱਖੀ ਜਿਸ ਥਾਨ। ਤੇ ਦੱਖਣ ਵਿੱਚ ਜਿਸ ਪਾਸੇ ਵੀ ਸਿੱਖੀ ਤੇ ਸਿੱਖੀ ਦੇ ਅਸਥਾਨ ਹਨ। ਪਸ਼ਚਮ ਦਿਸ਼ ਕੇ ਨਗਰ ਮਹਾਨ। ਜਿਹੜੀ ਪਸ਼ਚਮ ਦਿਸ਼ਾ ਹੈ, ਉਹਦੇ ਜਿਹੜੇ ਮਹਾਨ ਨਗਰ ਨੇ। ਕਾਬਲ ਅਰ ਕੰਧਾਰ ਪਿਸ਼ੌਰ। ਕਾਬਲ, ਕੰਧਾਰ ਤੇ ਪਿਸ਼ੌਰ ਜੀ। ਗਿਨੋ ਕਹਾਂ ਲਗ ਸਿੱਖੀ ਠੌਰ। ਤੇ ਕਵੀ ਸੰਤੋਖ ਸਿੰਘ ਜੀ ਦਾ ਬਚਨ ਹੈ ਵੀ ਇਹ ਗਿਣਤੀ ਕਿੱਥੋਂ ਤੱਕ ਗਿਣ ਕੇ ਦਸੀਏ ਕਿ ਸਿੱਖੀ ਕਿੰਨੀ ਵੱਡੀ, ਸਿੱਖੀ ਦਾ ਪਸਾਰਾ ਹੈ, ਸਿੱਖੀ ਦੀ ਠੌਰ ਕਿੱਥੇ ਕਿੱਥੇ ਹੈ ਭਾਈ। ਇਹ ਗਿਣ ਕੇ
ਨਹੀਂ ਪੂਰੀ ਤਰ੍ਹਾਂ ਦੱਸਿਆ ਜਾ ਸਕਦਾ, ਕਿਉਂਕਿ ਸਿੱਖੀ ਦਾ ਬਹੁਤ ਵੱਡਾ ਪਸਾਰਾ ਹੈ। ਉੱਤਰ ਪੁਰ ਆਦਿਕ ਕਸ਼ਮੀਰ, ਜੋ ਉੱਤਰ ਦਿਸ਼ਾ ਵਿੱਚ ਕਸ਼ਮੀਰ ਆਦਿਕ ਨੇ, ਗਮਨੇ ਸ਼ੀਗਰ ਸਿੱਖ ਜਨ ਧੀਰ। ਉਧਰ ਵੀ ਗਮਨੇ ਦਾ ਮਤਲਬ ਹੁੰਦਾ ਜਾਣਾ, ਤੇ ਸਿੱਖਾਂ ਨੂੰ ਕਿਹਾ ਸ਼ੀਘਰ ਹੀ ਛੇਤੀ, ਬੜੇ ਧੀਰਜ ਵਾਲੇ ਸਿੱਖ ਇਹ ਕਸ਼ਮੀਰ ਵਾਲੇ ਪਾਸੇ, ਉੱਤਰ ਦਿਸ਼ਾ ਵਾਲੇ ਪਾਸੇ ਵੀ ਜਾਣਾ ਕਰੋ ਜੀ। ਪਹੁੰਚ ਹੁਕਮਨਾਮੇ ਸਭ ਥਾਨ, ਜਦੋਂ ਗੁਰੂ ਪਾਤਸ਼ਾਹ ਦਾ ਹੁਕਮ ਹੋਇਆ ਤੇ ਲਿਖਾਰੀ ਨੇ ਹੁਕਮਨਾਮੇ ਲਿਖ ਦਿੱਤੇ। ਇਹ ਲਿਖੇ ਹੋਏ ਹੁਕਮਨਾਮੇ ਬੜੇ ਧੀਰਜ ਵਾਲੇ ਗੁਰਸਿੱਖ ਲੈ ਕੇ ਤੇ ਉਹਨਾਂ ਥਾਵਾਂ ਤੇ ਪਹੁੰਚ ਗਏ ਨੇ ਜੀ। ਪਾਠ ਮਸੰਦ ਸੁਧ ਕਰੀ ਬਖਾਨ, ਤੇ ਮਸੰਦਾਂ ਨੇ ਪੜ੍ਹ ਕੇ ਹੁਕਮਨਾਮੇ ਜਦੋਂ ਪਹੁੰਚੇ, ਉਹਨਾਂ ਅੱਗੇ ਸੰਗਤ ਵਿੱਚ ਸੁਣਾਏ ਵੀ ਸੰਗਤ ਜੀ ਆ ਗੁਰੂ का ਸੰਦੇਸ਼ ਆਇਆ ਹੈ, ਆ ਗੁਰੂ का ਹੁਕਮ ਆਇਆ ਹੈ। ਇਹ ਮਸੰਦਾਂ ਨੇ ਪਹੁੰਚੇ ਹੋਏ ਹੁਕਮਨਾਮੇ ਸੰਗਤ ਤੱਕਰ ਸਰਵਣ ਕਰਾਏ ਜੀ। ਸੁਨ ਸਿੱਖਨ ਜੋ ਗੁਰ ਕੀ ਕਾਰ, ਤੇ ਗੁਰ ਸਿੱਖਾਂ ਨੇ ਜਦੋਂ ਮਸੰਦਾਂ ਤੋਂ ਇਹ ਬਚਨ ਸੁਣੇ ਵੀ ਗੁਰੂ ਮਹਾਰਾਜ ਦੇ ਘਰ ਦਾ ਹੁਕਮ ਆਇਆ ਹੈ, ਤੇ ਜਿਹੜੀ ਵੀ ਗੁਰੂ ਕੀ ਕਾਰ ਸੀ ਨਾ, ਕਾਰ ਭੇਟਾ, ਉਹ ਮਸੰਦਾਂ ਨੂੰ ਗੁਰ ਸਿੱਖਾਂ ਨੇ ਖਰਚਿਓ ਦਰਬ ਲੀਨ ਹਥਿਆਰ। ਤੇ ਮਸੰਦਾਂ ਨੂੰ ਕਿਹਾ ਜੀ ਜਿਹੜੀ ਆਪਾਂ ਗੁਰੂ ਘਰ ਵਿੱਚ ਭੇਟਾ ਕਰਨੀ ਸੀ, ਧਨ ਪਦਾਰਥ ਭੇਟਾ ਕਰਨਾ, ਉਹ ਗੁਰੂ ਜੀ ਦਾ ਹੁਕਮ ਪਾ ਕੇ ਹੁਣ ਆਪਾਂ ਇਹ ਧਨ ਪਦਾਰਥ ਖਰਚ ਕੇ ਤੇ ਆਪਾਂ ਹਥਿਆਰ ਪ੍ਰਾਪਤ ਕਰ ਲਈਏ। ਚੰਚਲ ਤੁਰੰਗ ਮੋਲ ਕਰ ਲਈਏ, ਤੇ ਜਿਹੜੇ ਸੁੰਦਰ ਚੰਚਲ ਘੋੜੇ ਨੇ ਉਹ ਵੀ ਮੁੱਲ ਕਰਕੇ, ਭਾਵ ਉਹਨਾਂ ਦਾ ਮੁੱਲ ਪਵਾ ਕੇ ਉਹ ਘੋੜੇ ਵੀ ਪ੍ਰਾਪਤ ਕਰ ਲਈਏ। ਗੁਰ ਪ੍ਰਸੰਨਤਾ ਚਾਹਤ ਕੀਏ, ਤੇ ਆਪਾਂ ਗੁਰੂ ਮਹਾਰਾਜ ਦੀ ਪ੍ਰਸੰਨਤਾ ਚਾਹੁੰਦੇ ਹੋਏ ਇਹ ਕਾਰਜ ਕਰੀਏ ਜੋ ਕਿ ਗੁਰੂ ਜੀ ਦਾ ਹੁਕਮ ਹੈ। ਚਾਹੇ ਘੋੜੇ ਤੇ ਸ਼ਸਤਰ ਆਦਿਕ ਲੈ ਕੇ ਹਾਜ਼ਰ ਹੋਣ ਦਾ। ਜੈ ਕਹਿ ਕਰੀ ਖਰੀਦ ਵਿਸਾਲੇ, ਜਿੱਥੇ ਕਿੱਥੇ ਵੀ ਫਿਰ ਸਾਧ ਸੰਗਤ ਇਹ ਖਰੀਦ ਕੀਤੀ ਗਈ ਮਸੰਦਾਂ ਦੁਆਰਾ ਗੁਰਸਿੱਖਾਂ ਨੂੰ ਨਾਲ ਲੈ ਕੇ ਜੀ। ਸਭ ਦਿਸ਼ ਤੇ ਦਰਸ਼ਨ ਹਿਤ ਚਾਲੇ, ਤੇ ਸਾਰੇ ਪਾਸਿਆਂ ਤੋਂ, ਸਾਰੀਆਂ ਦਿਸ਼ਾਵਾਂ ਤੋਂ ਇਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰਸਿੱਖ ਚੱਲ ਪਏ। ਧਨੀ ਬਿਲੰਦ ਮਸੰਦ ਅਗਾਰੀ, ਜਿਹੜੇ ਧਨੀ ਮਸੰਦ ਨੇ, ਵੱਡੇ ਵੱਡੇ ਸੰਗਤਾਂ ਵਿੱਚ ਆਪਣਾ ਨਾਮ ਰੱਖਣ ਵਾਲੇ, ਉਹ ਮਸੰਦ ਅੱਗੇ ਅੱਗੇ ਸੰਗਤਾਂ ਦੇ ਚੱਲ ਪਏ। ਗਮਨੇ ਸੰਗਤ ਸਿੱਖ ਪਿਸ਼ਾਰੀ, ਗਮਨੇ ਹੁੰਦਾ ਚੱਲਣਾ, ਤੇ ਪਿੱਛੇ ਪਿੱਛੇ ਮਸੰਦਾਂ ਦੇ ਗੁਰੂ ਕੀ ਸੰਗਤ ਚੱਲ ਪਈ, ਗੁਰੂ ਘਰ ਵਿੱਚ ਹਥਿਆਰ ਤੇ ਘੋੜੇ ਭੇਟਾ ਕਰਨ ਵਾਸਤੇ। ਇਤ ਸਤਿਗੁਰ ਸਭ ਕੀਨ ਸਮਾਜਾ, ਇੱਧਰ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ। ਜੋ ਹੁਕਮਨਾਮੇ ਵਿੱਚ ਲਿਖਿਆ ਸੀ ਉਹ ਗੁਰਸਿੱਖ ਲੈ ਕੇ ਸਭ ਦਿਸ਼ਾ ਤੋਂ ਚੱਲ ਪਏ। ਇੱਧਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸ੍ਰੀ ਅੰਮ੍ਰਿਤਸਰ ਦੀ ਇਸ ਮੁਬਾਰਕ ਧਰਤੀ ਤੇ ਹਰ ਪ੍ਰਕਾਰ ਦੇ ਕਾਰਜਾਂ ਦੀ ਸਤਿਗੁਰਾਂ ਤਿਆਰੀ ਕਰ ਲਈ। ਬਸਤਰ ਭੂਕਨ ਪਹਿਰਨ ਕਾਜਾ, ਸੁੰਦਰ ਬਸਤਰ ਤੇ ਗਹਿਣੇ ਆਦਿਕ ਜੋ ਵੀ ਸਾਧ ਸੰਗਤ ਸਤਿਗੁਰੂ ਤਨ ਤੇ ਪਹਿਰਦੇ ਨੇ, ਉਹ ਪਹਿਰਨ ਵਾਸਤੇ, ਕਾਰਜ ਕਰਨ ਵਾਸਤੇ ਸਤਿਗੁਰਾਂ ਇੱਧਰ ਤਿਆਰੀ ਕਰ ਲਈ ਜੀ। ਪੋਸ਼ ਸ਼ਪੀਤ ਜਰੀ ਜੁਤ ਸਾਜੈ, ਤੇ ਪੋਸ਼ਿਸ਼ ਕਹੀਏ ਪੋਸ਼ਾਕ ਨੂੰ, ਤੇ ਪੀਤ ਕਹੀਏ ਸਾਧ ਸੰਗਤ ਪੀਲੇ ਰੰਗ ਦੀ ਪੋਸ਼ਾਕ ਹੈ, ਉਹਦੇ ਉੱਤੇ ਸਤਿਗੁਰਾਂ ਨੇ ਜਰੀ ਜੜੀ ਹੋਈ ਹੈ। ਉਸ ਪੋਸ਼ਾਕ ਉੱਤੇ ਸਤਿਗੁਰਾਂ ਦੇ ਜਾਮੇ ਉੱਤੇ ਜਾਮਾ ਬੜ ਅਬਰਾਮ ਬਿਰਾਜੈ, ਤੇ ਜਿਹੜਾ ਜਾਮਾ ਸਤਿਗੁਰੂ ਜੀ ਨੇ ਪਹਿਨਿਆ ਬਹੁਤ ਸੁੰਦਰ ਹੈ, ਤੇ ਸਤਿਗੁਰੂ ਉਹ ਜਾਮਾ ਪਹਿਨ ਕੇ ਬਿਰਾਜੇ ਨੇ। ਕਲਗੀ ਜਿਗਾ ਜਵਾਹਰ ਜਰੇ, ਜਿਹੜੀ ਕਲਗੀ ਤੇ ਜਿਗਾ ਹੈ, ਇਹ ਵੀ ਸਾਧ ਸੰਗਤ ਜਵਾਰ ਇਤੇ ਜੜੇ ਹੋਏ ਨੇ। ਜਾਮਾ ਬੜ ਮੁਕਤਾ ਗੋਛ ਤਿਨੋ ਪਰ ਕਰੇ, ਤੇ ਮੁਕਤਾ ਕਹੀਏ ਮੋਤੀ,
ਮੋਤੀਆਂ ਦੇ ਗੁੱਛੇ ਉਸ ਕਲਗੀ ਤੇ ਜਿਗਾ ਉੱਤੇ ਜੜੇ ਹੋਏ ਨੇ। ਕੰਚਨ ਕੰਕਨ ਹੀਰਨ ਖਚੇ, ਕੰਕਣ ਕੰਚਨ ਕਹੀਏ ਸੋਨਾ ਤੇ ਕੰਗਣ ਕੰਕਣ ਕਹੀਏ ਕੰਗਣ। ਜਿਹੜੇ ਮਾਲਕ ਜੀ ਦੇ ਕੰਗਣ ਨੇ ਉਹਨਾਂ ਉੱਤੇ ਵੀ ਹੀਰੇ ਜੜੇ ਹੋਏ ਨੇ। ਕੁੰਡਲ ਦਮਕ ਜੇਬ ਜੋਤ ਰਚੇ, ਜਿਹੜੇ ਕੁੰਡਲ ਨੇ ਉਹਨਾਂ ਦੀ ਚਮਕ ਬੜੀ ਸ਼ੋਭਾ ਵਾਲੀ ਹੈ, ਬਹੁਤ ਸ਼ੋਭਾ ਦੇ ਸਹਿਤ ਉਹ ਜੱਚਦੇ ਨੇ। ਮੁਕਤਾ ਮਾਲ ਉਜਾਲ ਵਿਸਾਲਾ, ਸਾਧ ਸੰਗਤ ਜਿਹੜੇ ਚਿੱਟੇ ਮੋਤੀ ਨੇ, ਭਾ ਬੜੇ ਵਿਸ਼ਾਲ ਜਿਹੜੇ ਚਿੱਟੇ ਮੋਤੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਨੇ। ਇੱਕ ਸਮਾਨ ਗਨ ਗਿਰਦ ਸੁਢਾਲਾ, ਇੱਕ ਸਮਾਨ ਸਾਰੇ ਮੋਤੀਆਂ ਨੂੰ ਮੇਰੇ ਪਾਤਸ਼ਾਹ ਜੀ ਨੇ ਉਹਨਾਂ ਦਾ ਬਹੁਤ ਸੁੰਦਰ ਇਸ ਤਰ੍ਹਾਂ ਪਹਿਰਨ ਤਨ ਤੇ ਪਹਿਰੇ ਨੇ ਜੀ। ਰਚੇ ਕੋਰ ਹੀਰੇ ਬਰ ਚੀਰੇ, ਜਿਹੜੇ ਸਤਿਗੁਰਾਂ ਦੇ ਬਸਤਰ ਨੇ ਉਹਨਾਂ ਦੇ ਕੰਨਿਆਂ ਤੇ ਵੀ ਸਾਧ ਸੰਗਤ ਮੋਤੀ ਜੜੇ ਹੋਏ ਨੇ। ਜਿਨ ਕੀ ਦਮਕ ਹੋਤ ਵਿਸਤੀਰੇ, ਜਿਨ੍ਹਾਂ ਦੀ ਚਮਕ ਬਹੁਤ ਵੱਡੀ ਵਿਸਥਾਰ ਵਾਲੀ ਹੈ ਜੀ। ਨਵ ਰਤਨੇ ਸੁੰਦਰ ਬਨਵਾਏ, ਜਿਹੜੇ ਨਵ ਰਤਨ ਨੇ ਉਹ ਬਹੁਤ ਸੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਤਿਆਰ ਕਰਵਾਏ। ਨਵ ਵਰ ਵਰਨ ਜਿਨਹੁ ਅਦਕਾਏ, ਜਿਹੜੇ 9 ਰੰਗੇ ਨੇ ਭਾਵ ਜਿਹੜੇ ਬਹੁਤ ਸੁੰਦਰ ਜਚਨ ਵਾਲੇ ਨੇ ਉਹ ਸਤਿਗੁਰੂ ਸਾਹਿਬ ਜੀ ਨੇ ਤਿਆਰ ਕਰਵਾ ਕੇ ਤਿਆਰੀ ਕੀਤੀ ਹੈ। ਤਥਾ ਸ਼ਸਤਰ ਸੁਥਰੇ ਸਮੁਦਾਏ, ਬਹੁਤ ਸੁੰਦਰ ਸ਼ਸਤਰ ਜਿਹੜੇ ਨੇ ਬਹੁਤ ਸ਼ਸਤਰ ਉਹਨਾਂ ਨੂੰ ਵੀ ਸਵਾਰਿਆ ਜੀ। ਭੂਖਨ ਸਾਜ ਨਵੀਨ ਬਨਾਏ, ਤੋ ਨਵੇਂ ਗਹਿਣੇ ਵੀ ਤਿਆਰ ਕਰਵਾਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹੁਕਮ ਸਭਨ ਪਰ ਘੁਰ ਕਰ ਦੀਨਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗੁਰੂ ਜੀ ਦਾ ਹੁਕਮ ਹੈ, ਆਪਣਾ ਹੁਕਮ ਹੈ ਗੁਰੂ ਜੀ ਦਾ, ਉਹ ਸਾਰੇ ਗੁਰ ਸਿੱਖਾਂ ਤਾਈਂ ਵਰਤਾਇਆ ਜੀ। ਸਾਜ ਤੁਰੰਗਨ ਬਨੇ ਨਵੀਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਿਆਂ ਉੱਤੇ ਪਾਉਣ ਵਾਸਤੇ ਜੋ ਸਾਜ ਨੇ ਉਹ ਵੀ ਨਵੀਨ ਕਿਸਮ ਦੇ ਤਿਆਰ ਕਰਵਾਏ ਜੀ। ਕੰਚਨ ਰਜਤ ਵਿਭੂਖਨ ਬਨੈ, ਕੰਚਨ ਕਹੀਏ ਸੋਨਾ ਤੇ ਸੋਨੇ ਦੇ ਗਹਿਣੇ ਜਿਹੜੇ ਨੇ ਵਿਭੂਖਣ ਗਹਿਣੇ ਉਹ ਤਿਆਰ ਕਰਵਾਏ ਨੇ। ਰੇਸ਼ਮ ਡੋਰ ਜਰੀ ਗਨ ਸਨੈ, ਜਿਹੜੀ ਸਾਧ ਸੰਗਤ ਕੰਚਨ ਦਾ ਰਜਤ ਹੈ ਨਾ ਮਤਲਬ ਘੋੜੇ ਤੇ ਪਾਉਣ ਵਾਲੀ ਜਿਹੜੀ ਕਾਠੀ ਹੈ ਉਹਨੂੰ ਵੀ ਸੋਨਾ ਆਦਿਕ ਜੜਿਆ ਹੈ। ਸਾਜ ਤੁਰੰਗਮ ਬਣੇ ਨਵੀਨਾ, ਉਹ ਜਿਹੜੇ ਬਹੁਤ ਸੁੰਦਰ ਸਾਜ ਸਨ ਨਵੇਂ ਤਿਆਰ ਕਰਾਏ। ਤੇ ਕੰਚਨ ਸੋਨੇ ਦੀ ਸਾਧ ਸੰਗਤ ਕਾਠੀ ਤਿਆਰ ਕਰਵਾਈ, ਉਹਨੂੰ ਵੀ ਰੇਸ਼ਮੀ ਡੋਰ ਜਿਹੜੀ ਹੈ ਉਹ ਬੜੀ ਸੋਭਾ ਵਾਲੀ ਜੜੀ ਹੋਈ ਹੈ, ਬੱਧੀ ਹੈ ਜੀ। ਸੁਨ ਸੁਨ ਹੁਕਮ ਚੌਂਪ ਕਰ ਸਾਰੇ, ਇਹ ਗੁਰੂ ਜੀ ਦਾ ਹੁਕਮ ਸੁਣ ਕੇ ਨਾ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੁਣ ਕੇ ਤੇ ਸਾਰੇ ਹੀ ਗੁਰਮੁਖ ਬਹੁਤ ਪ੍ਰਸੰਨ ਨੇ। ਲਗੇ ਕਰਾਵਨ ਕਾਰਜ ਤਿਆਰੇ, ਤੇ ਸਾਰੇ ਹੀ ਇਸ ਕਾਰਜ ਕਰਨ ਵਿੱਚ ਤਿਆਰੀ ਕਰਨ ਵਿੱਚ ਲੱਗੇ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਪਾ ਕੇ ਸ੍ਰੀ ਗੁਰ ਬ੍ਰਿਧ ਕੇ ਸੰਮਤ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਬਾਬਾ ਬੁੱਢਾ ਜੀ ਹੈ ਉਹਨਾਂ ਨਾਲ ਜਦੋਂ ਸਲਾਹ ਕੀਤੀ, ਬਾਬਾ ਬੁੱਢਾ ਜੀ ਦੇ ਨਾਲ ਕੁਝ ਬਚਨ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਜੋ ਬਚਨ ਕਰਦੇ ਉਹ ਕਵੀ ਜੀ ਦੱਸਦੇ ਨੇ। ਉਦਿਆਚਲ ਤੁਲ ਤਖਤ ਵਿਸਾਲਾ, ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਆਪ ਜੀ ਦਾ ਤਖਤ ਬਹੁਤ ਸੁੰਦਰ ਤੇ ਬਹੁਤ ਵੱਡਾ ਹੈ, ਮਾਨੋ ਤੁਸੀਂ ਤਾਂ ਸੂਰਜ ਸਮਾਨ ਉਦੇ ਹੋਏ ਹੋ, ਪਾਤਸ਼ਾਹ ਆਪ ਵੱਡੇ ਤਖਤ ਵਾਲੇ ਹੋ। ਉਦੋਂ ਆਪ ਜਿਮ ਦਿਨ ਕਰ ਬਾਲਾ, ਜਿਵੇਂ ਸਵੇਰ ਦਾ ਸੂਰਜ ਪ੍ਰਗਟ ਹੁੰਦਾ ਹੈ ਨਾ, ਇਵੇਂ ਆਪ ਜੀ ਦਾ ਪ੍ਰਕਾਸ਼ ਪ੍ਰਗਟ ਹੋਇਆ ਜੀ। ਤੁਰਕ ਤਾਪ ਤਮ ਤੂਮ ਤੁਰੰਤਾ, ਜਿਹੜਾ ਤੁਰਕਾਂ ਦਾ ਤਾਪ ਹੈ ਨਾ, ਜਿਵੇਂ ਸੂਰਜ ਚੜ੍ਹਦਾ ਹੈ ਤੇ ਕਈ ਚੀਜ਼ਾਂ ਸੂਰਜ ਦੇ ਪ੍ਰਕਾਸ਼ ਨਾਲ ਲੋਪ ਹੋ ਜਾਂਦੀਆਂ, ਤੇ ਜਿਹੜਾ ਤੁਰਕਾਂ ਦਾ ਤੇਜ ਤਪ ਹੈ ਇਹ ਤਾਂ ਤੁਸੀਂ ਇਸ ਨੂੰ ਹਨੇਰੇ 'ਚ ਬਦਲ ਦਿਓਗੇ, ਭਾਵ ਤੁਹਾਡੇ ਤੇਜ ਪ੍ਰਤਾਪ ਦੇ ਸਾਹਮਣੇ
ਗੁਰੂ ਹਰਗੋਬਿੰਦ ਸਾਹਿਬ ਕਿਸੇ ਦਾ ਤੇਜ ਨਹੀਂ ਚੱਲੇਗਾ। ਉਡਗਨ ਕਰਨ ਕੁਕਰਮ ਨਵੰਤਾ। ਉੱਡਗਨ ਕਹੀਏ ਤਾਰਿਆਂ ਨੂੰ, ਜਿਵੇਂ ਤਾਰੇ ਸੂਰਜ ਦੇ ਸਾਹਮਣੇ ਦਿਸਦੇ ਨਹੀਂ, ਲੋਪ ਹੋ ਜਾਂਦੇ ਨੇ, ਇਸੇ ਤਰ੍ਹਾਂ ਤੁਹਾਡੇ ਤੇਜ ਪ੍ਰਤਾਪ ਦੇ ਸਾਹਮਣੇ ਕਿਸੇ ਦੀ ਚੱਲੇਗੀ ਨਹੀਂ। ਕਰੋ ਅਦ੍ਰਿਸ਼ਟ ਇਨਹੋ ਤਤਕਾਲਾ। ਅਦ੍ਰਿਸ਼ਟ ਦਾ ਅਰਥ ਹੁੰਦਾ ਹੈ ਭਾਵ ਜੋ ਲੋਪ ਕਰਨਾ। ਹੁਣ ਤੁਸੀਂ ਬਹੁਤ ਛੇਤੀ ਇਹਨਾਂ ਨੂੰ ਲੋਪ ਕਰ ਦਿਓਗੇ, ਖਤਮ ਹੋ ਜਾਣਗੇ। ਨਿੰਦਕ ਪੇਚਕ ਦੁਖਤ ਕਰਾਲਾ। ਜਿਹੜੇ ਨਿੰਦਕ ਸੀ ਉੱਲੂ ਸਮਾਨ, ਜਿਹੜੇ ਬਹੁਤ ਭਾਰੀ ਦੁੱਖ ਦੇਣ ਵਾਲੇ, ਜੈ ਕੈ ਸੰਤ ਦਾਸ ਅਰਬਿੰਦਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਜਿੱਥੇ ਕਿੱਥੇ ਸੰਤ ਅਤੇ ਸੇਵਕਾਂ ਨੂੰ ਕਮਲ ਫੁੱਲ ਦੀ ਤਰ੍ਹਾਂ ਤੁਸੀਂ ਉਹਨਾਂ ਨੂੰ ਖੇੜੇ ਵਿੱਚ ਲਿਆ ਕੇ ਰੱਖਣਾ। ਤੁਹਾਡੀ ਕਿਰਪਾ ਨਾਲ ਤੁਹਾਡੇ ਸੰਤ ਤੇ ਤੁਹਾਡੇ ਦਾਸ, ਉਹਨਾਂ ਨੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਫੁੱਲ ਖਿੜਦਾ ਹੈ, ਇਸ ਤਰ੍ਹਾਂ ਤੁਹਾਡੇ ਦਰਸ਼ਨ ਕਰਕੇ ਸਾਰਿਆਂ ਦੇ ਚਿਹਰਿਆਂ ਤੇ ਰੌਣਕ ਆਏਗੀ। ਕਰੋ ਪ੍ਰਫੁੱਲਤ ਹਰਖਤ ਬ੍ਰਿੰਦਾ। ਤੁਸੀਂ ਸਮੂਹ ਨੂੰ ਪ੍ਰਸੰਨ ਚਿੱਤ ਕਰਕੇ ਤੇ ਸਤਿਗੁਰੂ ਪ੍ਰਫੁੱਲਤ ਕਰ ਦੇਣਾ ਜੀ। ਚੰਦ ਚੰਦ ਕੀ ਲੈਤਾ ਕਰੋ। ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਤੇ ਸਾਧ ਸੰਗਤ ਕਵੀ ਜੀ ਉਦਾਹਰਨ ਦਿੰਦੇ ਨੇ, ਗੁਰਸਿੱਖ ਕਹਿਣ ਲੱਗੇ ਚੰਦ ਚਾਂਦ ਕੀ, ਜਿਹੜੀ ਚੰਦਰਮਾ ਦੀ ਚਾਨਣੀ ਹੈ ਨਾ, ਉਹ ਵੀ ਸੂਰਜ ਦੇ ਪ੍ਰਕਾਸ਼ ਸਾਹਮਣੇ ਲੁਪਤ ਹੋ ਜਾਂਦੀ ਹੈ। ਆਨੰਦ ਗੁਰੂ ਸਿੱਖ ਚਕਵਨ ਧਰੋ। ਜਿਵੇਂ ਚੱਕਵੀ ਤੇ ਚੱਕਵਾ ਸੂਰਜ ਨੂੰ ਵੇਖ ਕੇ ਆਨੰਦ ਧਾਰਨ ਕਰਦੇ ਆ, ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਵੇਖ ਕੇ ਗੁਰਸਿੱਖਾਂ ਦੇ ਮੁਖੜੇ ਹੁਣ ਖਿੜ ਜਾਣਗੇ। ਕੈਰਵ ਕਾਨਨ ਦੋਖੀ ਜੇਤੇ। ਕੈਰਵ ਹੁੰਦਾ ਸਾਧ ਸੰਗਤ, ਇਹ ਚਿੱਟੇ ਫੁੱਲ ਦਾ ਨਾਮ ਜੋ ਚੰਦਰਮਾ ਦੇ ਚਾਨਣੀ ਵਿੱਚ ਖਿੜਦਾ ਹੈ। ਬਾਕੀ ਕਮਲ ਦੇ ਫੁੱਲ ਤਾਂ ਸੂਰਜ ਨੂੰ ਵੇਖ ਕੇ ਖਿੜਦੇ ਨੇ। ਇੱਕ ਕੈਰਵ ਹੁੰਦਾ ਹੈ ਚਿੱਟਾ ਫੁੱਲ ਜੋ ਚੰਦਰਮਾ ਦੀ ਰੋਸ਼ਨੀ ਵਿੱਚ ਉਹ ਖਿੜਦਾ ਹੈ। ਤੋ ਕਵੀ ਜੀ ਦੱਸਦੇ ਨੇ ਜਿਹੜੇ ਧਰਮ ਦੋਖੀ ਨੇ ਨਾ, ਉਹ ਸਾਰੇ ਦੇ ਸਾਰੇ ਪਿਕ ਮੁਰਝਾਏ ਗਿਰਹਿਗੇ ਤੇਤੇ। ਉਹ ਜਿੰਨੇ ਵੀ ਆ ਉਹਨਾਂ ਦੇ ਮੁਖ ਮੁਰਝਾ ਜਾਣਗੇ, ਗਿਰੇਂਗੇ ਤੇਤੇ, ਸਭ ਡਿੱਗ ਪੈਣਗੇ। ਤੁਹਾਡੇ ਸਤਿਗੁਰੂ ਸੂਰਜਮੁਖੀ ਹੁੰਦਿਆਂ ਇਹਨਾਂ ਦਾ ਕੋਈ ਤੇਜ ਪ੍ਰਤਾਪ ਚੱਲੇਗਾ ਨਹੀਂ। ਕੀਤਕ ਵਸਤ ਬਣਾਏ ਦਿਖਾਵੇ। ਤੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੁਰਸਿੱਖਾਂ ਨੂੰ ਕਿਹਾ ਵੀ ਆਹ ਕੁਝ ਵੀ ਤਿਆਰ ਕਰਨਾ, ਕੁਝ ਹੁਕਮਨਾਮੇ ਭੇਜੇ ਨੇ ਤੇ ਕੁਝ ਗੁਰਸਿੱਖਾਂ ਨੂੰ ਪਾਸ ਰੱਖ ਕੇ ਸਤਿਗੁਰੂ ਸਮਾਨ ਤਿਆਰ ਕਰਵਾਉਂਦੇ ਆ, ਤੇ ਕੇਤਕ ਵਸਤ ਬਣਾਏ ਦਿਖਾਵੇ, ਤੇ ਕੁਝ ਗੁਰਮੁਖ ਉਹ ਵਸਤੂਆਂ ਬਣਾ ਕੇ ਫਿਰ ਛੇਵੇਂ ਪਾਤਸ਼ਾਹ ਜੀ ਨੂੰ ਦਿਖਾਉਂਦੇ ਨੇ। ਸਿਰਜੇ ਸੁੰਦਰ ਪਿਕ ਹਰ ਖਾਵੇ। ਤੇ ਜਦੋਂ ਉਹ ਵਸਤੂ ਤਿਆਰ ਹੁੰਦੀਆਂ ਨੇ ਬੜੀਆਂ ਸੁੰਦਰ, ਤੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨ ਹੁੰਦੇ ਨੇ। ਮਿਲ ਆਪਸ ਮੈਂ ਸੁਜਸ ਉਚਾਰੈ। ਤੇ ਆਪਸ ਵਿੱਚ ਮਿਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਜਸ ਸ੍ਰੇਸ਼ਟ ਜਸ ਗੁਰਸਿੱਖ ਉਚਾਰਦੇ ਨੇ, ਭਾਵ ਗੁਰਸਿੱਖ ਸ਼ੋਭਾ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਗੁਣਾਂ ਦੀ। ਧਰ ਸ਼ਰਦਾ ਗੁਰ ਦਰਸ ਨਿਹਾਰੈ। ਤੇ ਸ਼ਰਧਾ ਧਾਰਨ ਕਰਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਗੁਰਸਿੱਖ ਕਰਦੇ ਨੇ। ਸੁੰਦਰ ਡੀਲ ਸੁਸ਼ੀਲ ਉਚਾਰਤ। ਫਿਰ ਉਚਾਰਨ ਕਰਕੇ ਗੁਰਸਿੱਖ ਕੀ ਕਹਿੰਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੂਪ ਬੜਾ ਸੁੰਦਰ ਹੈ, ਤੇ ਜਿਹੜੀ ਸਰੀਰ ਦੀ ਸਡੋਲਤਾ ਵੀ ਬੜੀ ਵੱਡੀ ਹੈ, ਤੇ ਸੁਭਾਅ ਵੀ ਸਤਿਗੁਰੂ ਜੀ ਦਾ ਬਹੁਤ ਸ੍ਰੇਸ਼ਟ ਹੈ। ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਗੁਣਾਂ ਨੂੰ ਗੁਰਸਿੱਖ ਉਚਾਰਦੇ ਨੇ। ਆਯੁੱਧ ਪਹਿਰ ਮਹਾਦੁੱਤ ਧਾਰਤ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਆਯੁੱਧ ਕਹੀਏ ਸ਼ਸਤਰ ਪਹਿਰ ਮਹਾਦੁੱਤ ਧਾਰਤ। ਬੜੀ ਵੱਡੀ ਸ਼ੋਭਾ ਵਾਲੇ ਜਿਹੜੇ ਸ਼ਸਤਰ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਤਨ ਤੇ ਧਾਰਦੇ ਨੇ। ਕਿਉਂਕਿ ਆਪਾਂ ਅੱਜ ਵੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੋਦਰ ਦੇ ਪਾਠ ਤੋਂ ਬਾਅਦ ਸਾਨੂੰ
ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ, ਉਹਨਾਂ ਦੇ ਵੀ ਦਰਸ਼ਨ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੋਰ ਸ਼ਸਤਰਾਂ ਦੇ ਦਰਸ਼ਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਨ ਕਰਕੇ ਤੇ ਭਾਰਤ ਦੇ ਲੋਕਾਂ ਦੇ ਮਨਾਂ ਵਿੱਚੋਂ ਡਰ ਦੂਰ ਕਰਦਿਆਂ ਸ਼ਸਤਰ ਧਾਰੀ ਬਣਾਇਆ। ਬਾਦਸ਼ਾਹ ਨੇ ਕਿਹਾ ਸੀ ਕੋਈ ਦਸਤਾਰ ਨਹੀਂ ਸਜਾ ਸਕਦਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਇਹ ਹੁਕਮ ਤੁਹਾਡਾ ਹੋਰ ਥਾਵਾਂ ਤੇ ਚੱਲੇਗਾ, ਪਰ ਗੁਰੂ ਨਾਨਕ ਸਾਹਿਬ ਦੇ ਘਰ ਤੇ ਨਹੀਂ। ਮੇਰੇ ਸਿੱਖ ਤਾਂ 2-2 ਦਸਤਾਰਾਂ ਸਜਾਣਗੇ। ਗੁਰੂ ਕੇ ਸਿੱਖਾਂ ਨੇ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ। ਸ਼ਸਤਰ ਧਾਰੀ ਗੁਰਸਿੱਖ ਹੋਏ। ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਤਨ ਤੇ ਸ਼ਸਤਰ ਪਹਿਨਦੇ ਨੇ ਤੇ ਬਹੁਤ ਵੱਡੀ ਸ਼ਸਤਰ ਧਾਰਨ ਕਰਕੇ ਸ਼ੋਭਾ ਬਣਦੀ ਹੈ। ਮਨ ਸਿੱਖਨ ਕੇ ਪ੍ਰੇਮ ਉਪਾਵੈ, ਤੇ ਸਿੱਖਾਂ ਦੇ ਮਨ ਵਿੱਚ ਗੁਰੂ ਸਾਹਿਬ ਪਿਆਰ ਪੈਦਾ ਕਰਦੇ ਨੇ। ਗੁਰਸਿੱਖ ਸ਼ਸਤਰ ਧਾਰੀ ਵੀ ਨੇ ਤੇ ਪ੍ਰੇਮ ਦੇ ਵੀ ਸਾਧ ਸੰਗਤ ਧਾਰਨੀ ਨੇ। ਗੁਰਸਿੱਖਾਂ ਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪ੍ਰੇਮ ਪੈਦਾ ਕਰਦੇ ਨੇ। ਬਿਕਸਤ ਮੰਦ ਮੰਦ ਦਰਸਾਵੈ, ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੰਦ ਮੰਦ ਕਹੀਏ ਹੌਲੀ ਹੌਲੀ, ਸਹਿਜੇ ਸਹਿਜੇ ਜਦੋਂ ਗੁਰਸਿੱਖ ਦਰਸ਼ਨ ਕਰਦੇ ਆ ਗੁਰੂ ਸਾਹਿਬ ਦੇ ਦਰਸ਼ਨ, ਤੇ ਫਿਰ ਗੁਰਸਿੱਖਾਂ ਦੇ ਮੁਖੜੇ ਵੀ ਖਿੜ ਜਾਂਦੇ ਆ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਤੇ ਸਾਧ ਸੰਗਤ ਚਿਹਰੇ ਤੇ ਰੁਹਾਨਗੀ ਆਉਂਦੀ ਹੈ। ਆਪਾਂ ਅੰਮ੍ਰਿਤ ਬਾਣੀ ਵਿੱਚੋਂ ਵੀ ਇਹ ਸ਼ਬਦ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਜਿਹੜੇ ਬਹੁਤ ਵੱਡੇ ਦੁੱਖ ਨੇ ਇਹ ਗੁਰੂ ਕੇ ਦਰਸ਼ਨਾਂ ਵਿੱਚੋਂ ਮੁੱਕ ਜਾਂਦੇ ਨੇ। ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਵੀ ਬਚਨ ਕਹਿ, ਦਰਸ਼ਨ ਦੇਖਤ ਹੀ, ਗੁਰੂ ਦੇ ਦਰਸ਼ਨ ਵੇਖਦਿਆਂ ਹੀ ਨਾ ਦੁੱਖ ਰਹਿੰਦਾ, ਨਾ ਕਿਸੇ ਪ੍ਰਕਾਰ ਦੀ ਭੁੱਖ ਰਹਿੰਦੀ ਹੈ। ਗੁਰੂ ਕੇ ਦਰਸ਼ਨ ਕਰਨ ਦੇ ਨਾਲ ਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਅਕਾਲ ਪੁਰਖ ਦੇ ਨਾਮ ਨਾਲ ਸਾਡਾ ਪ੍ਰੇਮ ਬਣਦਾ ਜੀ। ਸਭ ਚਾਹਤ ਦਿਨ ਹੋਏ ਸੋ ਨੀਕਾ, ਇੱਧਰ ਗੁਰਸਿੱਖਾਂ ਅੰਦਰ ਬੜੀ ਵੱਡੀ ਚਾਹਨਾ ਹੈ। ਇਹ ਗੁਰਸਿੱਖ ਚਾਹਨਾ ਰੱਖਦੇ ਨੇ ਉਹ ਨੀਕਾ ਚੰਗਾ ਦਿਨ ਕਦੋਂ ਪ੍ਰਗਟ ਹੋਵੇਗਾ, ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਸ਼ਸਤਰ ਸੇ ਤਨ ਤੇ ਪਹਿਰ ਕੇ ਤਖਤ ਉੱਤੇ ਬੈਠਿਆਂ ਸ਼ੋਭਾ ਪਾਉਂਦਿਆਂ ਦਰਸ਼ਨ ਕਰਾਂਗੇ। ਇਹ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਾਦਤ ਤੋਂ ਮਗਰੋਂ ਇਹ ਸ਼ਸਤਰ ਪਹਿਨੇ, ਤੇ ਸਾਧ ਸੰਗਤ ਉਧਰ ਗੁਰਸਿੱਖਾਂ ਦੇ ਮਨ ਵਿੱਚ ਵੀ ਬੜਾ ਵੱਡਾ ਚਾਅ ਹੈ। ਉਹ ਨੀਕਾ ਦਿਨ, ਪਵਿੱਤਰ ਦਿਨ ਅਸੀਂ ਕਦੋਂ ਦੇਖਾਂਗੇ? ਬੈਠ ਗੁਰੂ ਨਿਕਸਾਵਹਿ ਟੀਕਾ, ਜਦੋਂ ਗੁਰੂ ਜੀ ਤਖਤ ਉੱਤੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਉੱਤੇ ਬੈਠ ਕੇ ਵਾਰਸ ਬਣਨਗੇ, ਉਹ ਦਿਨ ਦੀ ਅਸੀਂ ਉਡੀਕ ਕਰਦੇ ਹਾਂ। ਗੁਰਸਿੱਖਾਂ ਦੇ ਮਨ ਵਿੱਚ ਵੀ ਬੜੀ ਚਾਹਨਾ ਹੈ। ਗੁਰਸਿੱਖ ਵੀ ਪਿਆਰ ਦਰਸਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸੇ ਰੂਪ ਵਿੱਚ ਦਰਸ਼ਨ ਕਰਨਾ ਚਾਹੁੰਦੇ ਨੇ। ਸ਼ਸਤਰ ਸਜਾਏ ਬਿਰਾਜੇ ਖਰੇ, ਇਹ ਗੁਰਸਿੱਖ ਕਹਿਣ ਲੱਗੇ ਅਸੀਂ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਉੱਤੇ ਸ਼ਸਤਰ ਸਜਾਉਣ, ਬਿਰਾਜੇ ਖਰੇ। ਜਦੋਂ ਤਖਤ ਉੱਤੇ ਬਿਰਾਜੇ ਹੋਣ, ਅਸੀਂ ਖੜੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਕਰੀਏ। ਜਦੋਂ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਣਗੇ, ਤਖਤ ਉੱਤੇ ਬਿਰਾਜਮਾਨ ਹੋਣਗੇ, ਕੌਮ ਅੰਦਰ ਜੁਰਤ ਭਰਨ ਵਾਸਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਦੇ ਨਾਲ ਨਾਲ ਇਹ ਢਾਡੀ ਪਰੰਪਰਾ ਵੀ ਸ਼ੁਰੂ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੀ ਡਿਊਟੀ ਲਾ ਕੇ ਇਹ 2 ਢਾਡੀ ਬੁਲਾਏ, ਤੇ ਜਦੋਂ ਢਾਡੀ ਸਿੰਘਾਂ ਨੇ ਵਾਰ ਗਾਇਨ ਕੀਤੀ, ਜਿਹਨੂੰ ਆਪਾਂ ਗੱਦੀ ਨਸ਼ੀਨੀ ਦੀ ਵਾਰ ਕਹਿੰਦੇ ਆ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਢਾਡੀਆਂ ਨੇ ਐਸਾ ਰੰਗ ਭਰਿਆ, ਕਹਿਣ ਲੱਗੇ ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਸ਼ਾਨ ਦੇ ਸਾਹਮਣੇ ਬਾਦਸ਼ਾਹ ਦੀ ਸ਼ਾਨ ਕੀ ਮਹਿਣਾ ਰੱਖਦੀ ਹੈ। ਤੁਹਾਡੀ ਸ਼ਾਨ ਸਭ ਤੋਂ ਉੱਚੀ ਹੈ, ਇੱਥੇ ਤੇ ਬਾਦਸ਼ਾਹ ਦੀ ਸ਼ਾਨ ਵੀ ਫਿੱਕੀ ਹੈ। ਤੁਹਾਡੀ ਸ਼ਾਨ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰਧਾਰੀ ਹੋ ਕੇ 4 ਜੰਗ ਲੜੇ ਨੇ, ਬਹੁਤ ਵੱਡੀਆਂ ਬਰਕਤਾਂ ਵਰਤਾਈਆਂ। ਸਿੱਖਾਂ ਨੂੰ ਸ਼ਸਤਰਧਾਰੀ ਮੇਰੇ ਪਾਤਸ਼ਾਹ ਨੇ ਬਣਾਇਆ। ਤੇ ਗੁਰਸਿੱਖ ਇਹ ਵਿਚਾਰ ਕਰਦੇ ਨੇ, ਸਤਿਗੁਰੂ ਪਾਤਸ਼ਾਹ ਸ਼ਸਤਰ ਤਨ ਉੱਤੇ ਸਜਾ ਕੇ ਜਦੋਂ ਤਖਤ ਉੱਤੇ ਬਿਰਾਜਣਗੇ, ਦੁਸ਼ਟ ਜੇ ਦੋਖੀ ਗਨ ਕੋ ਹਰੇ। ਜਿਹੜੇ ਦੁਸ਼ਟ ਤੇ ਦੋਖੀ ਆ ਨਾ ਧਰਮ ਦੇ, ਉਹ ਸਮੂਹ ਰੂਪ ਵਿੱਚ ਹੀ ਖਤਮ ਹੋ ਜਾਣਗੇ। ਭਾਵ ਹਰ ਜਾਣਗੇ, ਖਤਮ ਹੋ ਜਾਣਗੇ। ਜਿਹੜੇ ਧਰਮ ਦੋਖੀ ਨੇ ਉਹਨਾਂ ਦਾ ਕੋਈ ਅੱਗੇ ਵਾਧਾ ਨਹੀਂ ਹੋਵੇਗਾ ਜੀ। ਦੋਹਰਾ ਸਿੱਖਨ ਬਿਖੇ ਆਨੰਦਤਾ, ਜਿਮ ਰਬ ਤੇ ਅਰਬਿੰਦ। ਤੋ ਕਵੀ ਜੀ ਨੇ ਉਦਾਹਰਨ ਦਿੰਦਿਆਂ ਗੁਰੂ ਸਾਹਿਬ ਦੀ ਵਡਿਆਈ ਵਿੱਚ ਬਚਨ ਕਿਹਾ ਹੈ ਕਿ ਜਿਵੇਂ ਸੂਰਜ ਉਦੇ ਹੋਣ ਤੇ ਕਮਲ ਦਾ ਫੁੱਲ ਖਿੜਦਾ ਹੈ ਨਾ, ਇਸ ਤਰ੍ਹਾਂ ਜਦੋਂ ਗੁਰਸਿੱਖ ਸਿੱਖਣ ਵਿਖੇ ਆਨੰਦਤਾ, ਸਿੱਖਾਂ ਦੇ ਵਿੱਚ ਆਨੰਦ ਭਰ ਜਾਂਦਾ, ਸਿੱਖਾਂ ਦਾ ਹਿਰਦਾ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਸਿੱਖ ਦਰਸ਼ਨ ਕਰਦੇ ਹੈ, ਸ਼ਸਤਰਧਾਰੀ ਸਤਿਗੁਰਾਂ ਦੇ। ਤੇ ਸਾਧ ਸੰਗਤ ਦਸਤਾਰ ਉੱਪਰ ਕਲਗੀ ਤੇ ਜਿਗਾ ਜੋ ਜਰੀ ਨਾਲ ਜੜੀ ਹੁੰਦੀ ਹੈ, ਜਦੋਂ ਮੇਰੇ ਸਤਿਗੁਰੂ ਤਖਤ ਉੱਤੇ ਬਿਰਾਜਦੇ ਨੇ, ਉਹਨਾਂ ਦੀ ਸ਼ੋਭਾ ਇੰਨੀ ਵੱਡੀ ਹੈ, ਉਹ ਹੋਰ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ਜਿਸ ਅਸਥਾਨ ਤੇ ਧਰਮ ਦੇ ਆਪਾਂ ਸਾਰੇ ਕਾਰਜ ਕਰਦੇ ਹਾਂ, ਅੱਜ ਇਸੇ ਹੀ ਅਸਥਾਨ ਤੇ ਗੁਰਮੁਖੋ ਜੋ 15 ਭਗਤ ਨੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਅੰਦਰ ਗੁਰਬਾਣੀ ਹੈ 15 ਭਗਤਾਂ ਦੀ, ਅੱਜ ਉਹਨਾਂ ਵਿੱਚੋਂ ਬਾਬਾ ਜੀ ਭਗਤ ਸ਼ੇਖ ਫਰੀਦ ਸਾਹਿਬ ਜੀ ਦਾ ਜਨਮ ਦਿਹਾੜਾ, ਅੰਮ੍ਰਿਤ ਵੇਲੇ ਇੱਥੇ ਭੋਗ ਵੀ ਪਏ। ਗੁਰਮਤਿ ਸਮਾਗਮ ਵਿੱਚ ਵੀ ਸਾਧ ਸੰਗਤ ਬਾਬਾ ਜੀ ਸ਼ੇਖ ਫਰੀਦ ਭਗਤ ਸਾਹਿਬ ਜੀ ਦਾ ਜ਼ਿਕਰ ਕੀਤਾ ਗਿਆ। ਅੱਜ ਵੱਡਾ ਇਤਿਹਾਸਕ ਦਿਹਾੜਾ ਵੀ ਇੱਥੇ ਮਨਾਇਆ ਹੈ, ਕਿਉਂਕਿ ਗੁਰਸਿੱਖਾਂ ਅੰਦਰ ਚਾਓ ਪੈਦਾ ਹੁੰਦੇ ਨੇ ਜਦੋਂ ਆਪਾਂ ਗੁਰੂ ਜੀ ਦੇ ਆਣ ਕੇ ਇੱਥੇ ਦਰਸ਼ਨ ਕਰਦੇ ਹਾਂ। ਤੋ ਕਵੀ ਜੀ ਦਾ ਬਚਨ ਇਹ ਹੈ, ਜਿਵੇਂ ਸੂਰਜ ਉਦੇ ਹੋਣ ਤੋਂ ਕਮਲ ਦਾ ਫੁੱਲ ਖਿੜਦਾ ਹੈ ਨਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਐਸੇ ਗਰੀਬ ਨਵਾਜ ਸਤਿਗੁਰੂ ਜੀ ਨੇ। ਇੱਕ ਮੈਂ ਤੁਹਾਨੂੰ ਘਟਨਾ ਜ਼ਰੂਰ ਕਵਾਂ, ਜਦੋਂ ਸਤਿਗੁਰੂ ਆਗਰੇ ਗਏ, ਇੱਕ ਗਰੀਬ ਸਿੱਖ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤੇ ਸਾਧ ਸੰਗਤ ਉਸਨੇ ਘਾਹ ਦੀ ਪੰਡ ਖੋਤੀ। ਘਾਹ ਦੀ ਪੰਡ ਨੂੰ ਖੋਦਿਆ ਤੇ ਇੱਕ ਪੰਡ ਬਾਜ਼ਾਰ ਵਿੱਚ ਵੇਚੀ ਤੇ ਇੱਕ ਗੁਰੂ ਜੀ ਦੇ ਘੋੜਿਆਂ ਵਾਸਤੇ ਲੈ ਕੇ ਆਇਆ। ਅੱਗੇ ਤੰਬੂ ਬਾਦਸ਼ਾਹ ਦਾ ਸੀ। ਬਾਦਸ਼ਾਹ ਦੇ ਬਾਰੇ ਪੁੱਛਿਆ, ਪਤਾ ਨਹੀਂ ਸਿੱਖ ਨੂੰ। ਕਹਿਣ ਲੱਗਾ ਜੀ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ। ਤੇ ਸੰਤਰੀ ਕਹਿਣ ਲੱਗਾ ਭਾਈ ਤੇਰੇ ਤੇ ਕੱਪੜੇ ਦਰਬਾਰ ਵਿੱਚ ਜਾਣ ਵਾਲੇ ਨਹੀਂ। ਬਾਦਸ਼ਾਹ ਨੇ ਅੱਗੋਂ ਸੁਣ ਕੇ ਕਿਹਾ ਆਉਣ ਦਿਓ। ਸਿੱਖ ਨੇ ਜਾ ਕੇ ਕਿਹਾ ਗੁਰੂ ਜੀ ਤੁਹਾਡਾ ਦਿੱਤਾ ਬਹੁਤ ਕੁਝ ਹੈ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਜਿਹੜਾ ਪ੍ਰੀਤ ਵਿੱਚ ਆਨੰਦ ਹੈ ਹੋਰ ਮੰਗਾਂ ਵਿੱਚ ਨਹੀਂ। ਤੇ ਗੁਰੂ ਸਾਹਿਬ ਦੀ ਭੁਲੇਖਾ ਜਾਣ ਕੇ ਜਦੋਂ ਬਾਦਸ਼ਾਹ ਅੱਗੇ ਮੰਗ ਮੰਗੀ ਤੇ ਬਾਦਸ਼ਾਹ ਕਹਿਣ ਲੱਗਾ ਉਹ ਭਾਈ ਤੂੰ ਭੁਲੇਖੇ ਨਾਲ ਆਇਆ, ਕੀ ਚਾਹੀਦਾ ਦੱਸ ਉਹ ਦੇਵਾਂ, ਆਹ ਮੰਗਾਂ ਮੇਰੇ ਵੱਸ ਵਿੱਚ ਨਹੀਂ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਹੀ ਪ੍ਰਾਪਤ ਹੋ ਸਕਦੀਆਂ। ਸਿੱਖ ਨੇ ਟਕਾ ਜਿਹੜਾ ਰੱਖਿਆ ਸੀ ਝੱਟ ਚੁੱਕ ਲਿਆ। ਬਾਦਸ਼ਾਹ ਨੇ ਬਾਂਹ ਪਕੜ ਕੇ ਕਿਹਾ ਵੀ ਭੇਟਾ ਰੱਖ ਕੇ ਚੁੱਕੀ ਦੀ ਨਹੀਂ। ਤੇ ਸਿੱਖ ਕਹਿਣ ਲੱਗਾ ਭੇਟਾ ਹੀ ਗੁਰੂ ਦੀ ਹੈ, ਬਾਦਸ਼ਾਹ ਅੱਗੇ ਕਿਵੇਂ ਭੇਟਾ ਕਰਾਂ, ਮੈਂ ਤੇ ਭੁਲੇਖੇ ਨਾਲ ਤੁਹਾਡੇ ਕੋਲ ਆ ਗਿਆ। ਜਦੋਂ ਭੇਟਾ ਚੁੱਕ ਕੇ ਸਿੱਖ ਤੁਰ ਪਿਆ ਤੇ ਮਗਰ ਬਾਦਸ਼ਾਹ ਭੇਟਾ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਤੇ ਸਤਿਗੁਰੂ ਕਹਿਣ ਲੱਗੇ ਸਿੱਖਾ ਜਾ ਤੇਰਾ ਲੋਕ ਤੇ ਪਰਲੋਕ ਸਵਰ ਗਿਆ।
ਤੇ ਬਾਦਸ਼ਾਹ ਕਹਿਣ ਲੱਗਾ ਜੀ ਬੜਾ ਸੁੱਖ ਸਸਤਾ ਰੱਖਿਆ ਜੇ, 1 ਟਕਾ ਇਹਨੇ ਭੇਟ ਕੀਤਾ ਤੇ ਇੰਨਾ ਸੁੱਖ ਸਸਤਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਦਸ਼ਾਹ ਤੂੰ ਪੁੱਛਦਾ ਹੈ ਪਰ ਤੂੰ ਕਿੰਨਾ ਕੁਝ ਦੇਣਾ ਚਾਹਿਆ। ਸਿੱਖ ਨੇ ਗੁਰੂ ਦੀ ਭੇਟਾ ਜਾਣ ਕੇ ਤੇਰਾ ਲਾਲਚ ਠੁਕਰਾ ਦਿੱਤਾ। ਐਨੇ ਸਿਦਕੀਵਾਨ ਸਿੱਖ ਦੇ ਭਾਗ, ਸਿਦਕ ਨੂੰ ਭਾਗ ਕਿਉਂ ਨਹੀਂ ਲੱਗੇਗਾ? ਜਿਸ ਸਿੱਖ ਦਾ ਸਿਦਕ ਇੰਨਾ ਵੱਡਾ ਹੋਵੇ ਉਹ ਸਾਰੀਆਂ ਗੁਰੂ ਘਰ ਦੀਆਂ ਬਰਕਤਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ। ਇਹਦੇ ਤਾਂ ਸਿੱਖ ਦੇ ਸਿਦਕ ਨੂੰ ਭਾਗ ਲੱਗਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਲੋਕ ਪਰਲੋਕ ਦਾ ਸੁੱਖ ਦਿੱਤਾ। ਤੋ ਕਵੀ ਜੀ ਦਾ ਬਚਨ ਹੈ, ਜਦੋਂ ਸਿੱਖ ਗੁਰੂ ਜੀ ਦੇ ਦਰਸ਼ਨ ਕਰਦੇ ਨੇ ਤੇ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਧ ਸੰਗਤ ਖਿੜ ਪੈਂਦੇ ਨੇ ਜੀ। ਕਿਆ ਕਰ ਹੈ ਕਿਮ ਹੋਏ ਹੈ ਚਿਤ ਮਸੰਦ ਬਲਿੰਦ। ਕਿਆ ਕਰ ਹੈ ਕਿਮ ਹੋਏ ਹੈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਸਿੱਖ ਵੀ ਚਾਹੁੰਦੇ ਵੀ ਇੰਝ ਹੋਣਾ ਚਾਹੀਦਾ, ਤੇ ਗੁਰੂ ਜੀ ਵੀ ਧਰਮ ਦੇ ਅਸੂਲਾਂ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਵਾਸਤੇ ਸ਼ਸਤਰਧਾਰੀ ਹੋਏ ਨੇ ਤੇ ਹੁਕਮਨਾਮੇ ਭੇਜੇ ਆ। ਇੱਧਰ ਜਿਹੜੇ ਸਾਧ ਸੰਗਤ ਡਰਾਕਲ ਬਿਰਤੀ ਦੇ ਕੁਝ ਮਸੰਦ ਸਨ, ਉਹ ਚਿੰਤ ਵਿੱਚ ਨਾ ਚਿੱਤ ਵਿੱਚ ਚਿੰਤਾ ਵਿੱਚ ਪੈ ਗਏ ਵੀ ਜੋ ਕੁਝ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਹੈ ਇਹ ਕਿਵੇਂ ਹੋ ਸਕਦਾ ਹੈ। ਉਹ ਕਿਵੇਂ ਦੀਆਂ ਸਲਾਹਾਂ ਕਰਦੇ ਡਰਾਕਲ ਡਰੇ ਹੋਏ ਕਹਿਣ ਲੱਗੇ ਇੰਝ ਹੋ ਨਹੀਂ ਸਕਦਾ, ਇੰਝ ਕਦੀ ਨਹੀਂ ਹੋਵੇਗਾ। ਪਰ ਸ਼ਰਧਾ ਵਾਲੇ ਗੁਰਸਿੱਖ ਕਹਿਣ ਲੱਗੇ ਉਹ ਦਿਨ ਅਸੀਂ ਕਦੋਂ ਦੇਖਾਂਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਤਨ ਤੇ ਸ਼ਸਤਰ ਧਾਰਨ ਕਰਨਗੇ। ਇੱਧਰ ਜਿਹੜੇ ਡਰਾਕਲ ਲੋਕ ਸਨ, ਭਾਵ ਗੁਰੂ ਘਰ ਵਿੱਚ ਵੀ ਭਾਵੇਂ ਰਹਿੰਦੇ ਨੇ ਪਰ ਅਜੇ ਗੁਰੂ ਘਰ ਤੇ ਨਿਸ਼ਚਾ ਨਹੀਂ ਬਣਿਆ। ਅੰਦਰ ਜਿਨ੍ਹਾਂ ਦਾ ਡਰਦਾ ਹੈ, ਅੰਦਰ ਜਿਨ੍ਹਾਂ ਦਾ ਡਰਪੋਕ ਹੈ, ਜਿਹੜੇ ਪਦਾਰਥ ਨਾਲ ਜੁੜੇ ਪਰਮਾਰਥ ਨਾਲ ਨਹੀਂ, ਉਹ ਇਹ ਕਹਿਣ ਲੱਗੇ ਜੋ ਕੁਝ ਗੁਰੂ ਜੀ ਨੇ ਕਿਹਾ ਹੈ ਇਹ ਕਿਵੇਂ ਹੋ ਸਕਦਾ, ਇਹਦਾ ਮਤਲਬ ਸੀ ਨਹੀਂ ਹੋ ਸਕਦਾ। ਪਰ ਸਾਧ ਸੰਗਤ ਇੱਥੇ ਡਰਾਕਲ ਬੰਦਿਆਂ ਦੀ ਗੱਲ ਨਹੀਂ, ਇੱਥੇ ਤਾਂ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕਾਰਜ ਕਰਨੇ ਸਨ ਉਹ ਕਰਕੇ ਵਿਖਾਏ, ਤੇ ਸ਼ਰਧਾ ਭਾਵਨਾ ਵਾਲੇ ਗੁਰਸਿੱਖਾਂ ਨੇ ਉਸ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ। ਸਤਿਗੁਰੂ ਕਿਰਪਾ ਵਰਤਾਉਣ। ਅੱਜ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਸਾਧ ਸੰਗਤ ਇੱਟ ਧਰੀ ਅਕਾਲ ਬੁੰਗੇ ਦੀ ਰਚਨਾ ਤੇ ਫਿਰ ਤਖਤ ਤੇ ਬਿਰਾਜਮਾਨ ਹੋਣ ਦਾ ਆਪਾਂ ਕੱਲ ਪ੍ਰਸੰਗ ਵਿਚਾਰਾਂਗੇ, ਕਥਾ ਕਰਦੇ ਹਾਂ, ਇਤਿਹਾਸਕ ਵਿਚਾਰਾਂ ਕਰਦੇ ਹਾਂ। ਇੱਕ ਨਹੀਂ ਅਨੇਕ ਭੁੱਲਾਂ ਹੋਣੀਆਂ ਸੁਭਾਵਿਕ ਹੈ। ਸਤਿਗੁਰੂ ਜੀ ਦਾ, ਗੁਰੂ ਕੀ ਸਾਧ ਸੰਗਤ ਦਾ, ਸਮੁੱਚੇ ਪ੍ਰਬੰਧ ਦਾ ਦਾਸ ਬਹੁਤ ਬਹੁਤ ਸਤਿਕਾਰ ਧੰਨਵਾਦ ਕਰਦਾ। ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸੰਪੂਰਨਤਾਈ ਹੈ ਜੀ। ਸਿੱਖਨ ਬਿਖੈ ਆਨੰਦਤਾ ਜਿਮ ਰਬ ਤੇ ਅਰਬਿੰਦ। ਕਿਆ ਕਰ ਹੈ ਕਿਮ ਹੋਏ ਹੈ ਚਿੰਤ ਮਸੰਦ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।